नमस्कार साथियों, ਤੁਸੀਂ देख रहे हो सह स्टडी यूट्यूब चैनल ਤੇ मैं ਤੁਹਾਡਾ ਆਪਣਾ ਗੁਰਚਰਨ ਸਿੰਘ। ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਆਪਾਂ ਰੀਟ ਮੇਨ ਐਗਜ਼ਾਮ ਦੇ ਅੰਦਰ L2 ਜੋ ਪੰਜਾਬੀ ਇਹਦਾ ਸਬਜੈਕਟ ਹੈ ਉਸ ਦੇ ਜਿਹੜੀਆਂ ਕਲਾਸਾਂ ਨੇ ਉਹ ਲਾ ਰਹੇ ਨੇ। ਤੇ ਪਿਛਲੀ ਕਲਾਸ ਦੇ ਅੰਦਰ ਆਪਾਂ ਸਾਹਿਤ ਰੂਪ ਦੇ ਬਾਰੇ ਦੇਖਿਆ ਸੀਗਾ ਤੇ ਅੱਜ ਆਪਾਂ ਜੋ ਸਾਹਿਤ ਰੂਪ ਪਿਛਲੀ ਵਾਰ ਆਪਾਂ ਸਾਹਿਤ ਰੂਪ ਕਾਫੀ ਦੇ ਬਾਰੇ ਦੇਖਿਆ ਸੀ ਤੇ ਅੱਜ ਜੋ ਆਪਾਂ ਸਾਹਿਤ ਰੂਪ ਦੇਖਣ ਜਾ ਰਹੇ ਹਾਂ ਉਹ ਹੈ ਵਾਰ। ਇਸ ਤੋਂ ਪਹਿਲੇ ਕਿ ਵਾਰ ਦੇ ਲਈ ਜੋ ਇੰਪੋਰਟੈਂਟ ਗੱਲਾਂ ਨੇ, ਜੋ ਇੰਪੋਰਟੈਂਟ ਪੁਆਇੰਟ ਨੇ, ਉਹ ਸਾਰਿਆਂ ਦੀ ਚਰਚਾ ਕਰੀਏ, ਉਹ ਸਾਰੇ ਆਪ ਨੂੰ ਨੋਟਿਸ ਕਰਵਾਵਾਂ। ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ, ਕਿਉਂਕਿ ਹੋਰ ਵੀ ਬਹੁਤ ਸਾਰੇ ਸਾਥੀ ਇਸ ਚੈਨਲ ਤੇ ਆ ਕੇ ਆਪਣੀ ਤਿਆਰੀ ਉਲੀਕ ਸਕਣ। ਤਾਂ ਆਓ ਆਪਾਂ ਬਿਨਾਂ ਸਮਾਂ ਗਵਾਏ ਹੋਏ ਗੱਲ ਕਰਦੇ ਹਾਂ ਵਾਰ ਦੇ ਬਾਰੇ। ਵਾਰ ਦੇ ਅੰਦਰ ਆਪਾਂ ਇਸ ਕਲਾਸ ਦੇ ਅੰਦਰ ਜੋ ਗੱਲਾਂ ਦੇਖਾਂਗੇ, ਜੋ ਆਪਾਂ ਨੂੰ ਰੀਟ ਮੇਨ ਐਗਜ਼ਾਮ 2023 ਦੇ ਸਿਲੇਬਸ ਦੇ ਅੰਦਰ ਦਿੱਤਾ ਗਿਆ ਹੈ, ਉਸ ਸਿਲੇਬਸ ਦੇ ਅਨੁਸਾਰ ਉਸੇ ਦੇ ਅਕੋਰਡਿੰਗ ਵਾਰ ਦੇ ਅੰਦਰ ਇਹਨਾਂ ਦੇ ਅੰਦਰੋਂ ਹੀ ਅਗਰ ਕੋਈ ਆਏਗਾ, ਅਗਰ ਕੋਈ ਬਾਹਰੋਂ ਆਉਂਦਾ ਹੈ ਤਾਂ ਇਹ ਮੰਨੋ ਕਿ ਆਊਟ ਆਫ ਸਿਲੇਬਸ ਜਾਂ ਫਿਰ ਸਿਲੇਬਸ ਦੇ ਦਾਇਰੇ ਤੋਂ ਬਾਹਰ ਜਾ ਕੇ ਜਿਹੜੇ 5-10% ਆਉਂਦੇ ਨੇ ਉਹ ਹੀ ਹੋਣਗੇ, ਇਸ ਤੋਂ ਇਲਾਵਾ ਜ਼ਿਆਦਾ ਨਹੀਂ ਹੋਣਗੇ। ਸੋ ਤੁਸੀਂ ਬੜੇ ਹੀ ਭਰੋਸੇ ਨਾਲ ਇਸ ਨੂੰ ਵਧੀਆ ਤਰੀਕੇ ਨਾਲ ਤਿਆਰ ਕਰ ਸਕਦੇ ਹੋ। ਤਾਂ ਆਓ ਆਪਾਂ ਦੇਖਦੇ ਹਾਂ ਵਾਰ ਦੇ ਬਾਰੇ। ਵਾਰ ਦੇ ਬਾਰੇ ਸਭ ਤੋਂ ਪਹਿਲੇ ਤਾਂ ਵੱਖ-ਵੱਖ ਵਿਦਵਾਨਾਂ ਦੀਆਂ ਇਹ ਸ਼ਬਦਾਵਲੀਆਂ ਦਿੱਤੀਆਂ ਹੋਈਆਂ ਨੇ। ਤਾਂ ਸਭ ਤੋਂ ਪਹਿਲੇ ਆਪਾਂ ਦੇਖਣੀ ਹੈ ਕਿ ਭਾਈ ਕਾਹਨ ਸਿੰਘ ਨਾਭਾ ਨੇ ਜਿਹੜੇ ਉਹ ਵਾਰ ਦੇ ਬਾਰੇ ਕੀ ਕਹਿੰਦੇ ਨੇ। ਤਾਂ ਭਾਈ ਕਾਹਨ ਸਿੰਘ ਨਾਭਾ ਕਹਿੰਦਾ ਹੈ, ਉਹਨਾਂ ਨੇ ਆਪਣੇ ਜਿਹੜਾ ਮਹਾਨ ਕੋਸ਼ ਆ ਉਹਦੇ ਅੰਦਰ ਇਸ ਵਾਰ ਦੀ ਉਤਪਤੀ ਦੇ ਬਾਰੇ ਦੱਸਿਆ ਹੈ ਕਿ ਇਹ ਵਾਰ ਸ਼ਬਦ ਹੈ ਜਿਹੜਾ ਉਹ ਸੰਸਕ੍ਰਿਤ ਦੇ ਵ੍ਰੀ ਧਾਤੂ ਤੋਂ ਬਣਿਆ, ਸੰਸਕ੍ਰਿਤ ਦੇ ਵ੍ਰੀ ਧਾਤੂ ਤੋਂ ਬਣਿਆ। ਤੇ ਇਹਦਾ ਮਤਲਬ ਇਹ ਲਿਆ ਹੈ ਕਿ ਵਾਰ ਕਰਨਾ ਜਾਂ ਫਿਰ ਵਾਰ ਰੋਕਣਾ। ਬਿਲਕੁਲ ਆਪਣੀ ਨੋਟਬੁੱਕ ਦੇ ਅੰਦਰ ਨੋਟ ਕਰ ਲੈਣਾ, ਵਧੀਆ ਤਰੀਕੇ ਨਾਲ ਤਿਆਰ ਕਰ ਲੈਣਾ। ਤਾਂ ਇਹ ਗੱਲ ਵੀ ਤਿਆਰ ਕਰਨਾ ਕਿ ਇਹ ਮੱਤ ਦੇਣ ਵਾਲਾ, ਇਹ ਵਿਚਾਰ ਦੇਣ ਵਾਲਾ ਕੌਣ ਸੀ? ਭਾਈ ਕਾਹਨ ਸਿੰਘ ਨਾਭਾ ਸੀ। ਫਿਰ ਆਪਣੇ ਕੋਲੇ ਪ੍ਰੋਫੈਸਰ ਪਿਆਰਾ ਪਦਮ ਸਿੰਘ ਆਉਂਦੇ ਨੇ। ਆਪਾਂ ਇਹਨਾਂ ਦੇ ਬਾਰੇ ਵੀ ਜ਼ਰੂਰ ਦੇਖਣਾ ਹੈ ਕਿ ਇਹਨਾਂ ਨੇ ਵਾਰ ਦੇ ਬਾਰੇ ਕੀ ਕਿਹਾ ਹੈ। ਤਾਂ ਪਿਆਰਾ ਸਿੰਘ ਪਦਮ ਹੈ ਜਿਹੜੇ ਉਹ ਕਹਿੰਦੇ ਨੇ ਵਾਰ ਦੇ ਬਾਰੇ ਕਿ ਵਾਰ ਦਾ ਅਰਥ ਵਾਰਤਾ ਦਾ ਨਾਲ ਹੈ। ਵਾਰਤਾ ਤੋਂ ਲਿਆ ਹੈ ਇਹਨਾਂ ਨੇ, ਕਿਉਂਕਿ ਇਹ ਮੰਨਦੇ ਨੇ ਕਿ ਪਿਛਲੇ ਜ਼ਮਾਨੇ 'ਚ ਜੰਗ ਜਾਂ ਫਿਰ ਯੁੱਧ ਦੀ ਜਿਹੜੀ ਕਹਾਣੀ ਸੀ ਉਹ ਭੱਟ ਕਵੀ ਸੀ ਜਾਂ ਫਿਰ ਢਾਡੀ ਸੀ, ਉਹਨਾਂ ਦੇ ਦੁਆਰਾ ਬਿਰਤਾਂਤਾਂ ਦੇ ਰੂਪ 'ਚ ਇੱਕ ਕਾਵੀ ਵਿਸ਼ਾ ਬਣਾ ਕੇ ਪੇਸ਼ ਕੀਤੀ ਜਾਂਦੀ ਸੀ। ਇਸ ਦਾ ਨਾਂ ਹੀ ਬਾਤ, ਵਾਰਤਾ ਜਾਂ ਫਿਰ ਵਾਰ ਪੈ ਗਿਆ। ਯਾਨੀ ਪਿਆਰਾ ਸਿੰਘ ਪਦਮ ਨੇ ਵਾਰ ਸ਼ਬਦ ਦੀ ਉਤਪਤੀ ਕਿਵੇਂ ਮੰਨੀ ਹੈ? ਉਹਨਾਂ ਨੇ ਮੰਨੀ ਹੈ ਕਿ ਇਹ ਵਾਰਤਾ ਤੋਂ ਬਣਿਆ ਹੈ। ਤੇ ਵਾਰਤਾ ਦਾ ਮਤਲਬ ਹੈ ਕਿ ਯੁੱਧ ਜੰਗ ਵਰਣਨ ਦੇ ਲਈ ਜੋ ਭੱਟ ਕਵੀ ਸੀ, ਢਾਡੀ ਸੀ, ਉਹਨਾਂ ਦੇ ਦੁਆਰਾ ਜਿਹੜੇ ਬਿਰਤਾਂਤ ਗਾਏ ਜਾਂਦੇ ਸੀ, ਤਾਂ ਉਸ ਵਿਸ਼ਾ ਜੋ ਬਣਾਇਆ ਜਾਂਦਾ ਸੀਗਾ ਤਾਂ ਉਹ ਸਾਰੀ ਵਾਰਤਾ ਨੂੰ ਜਾਂ ਫਿਰ ਬਾਤ ਨੂੰ ਜਾਂ ਉਸੇ ਨੂੰ ਹੀ ਵਾਰ ਕਿਹਾ ਗਿਆ। ਤਾਂ ਦੋ ਵਿਦਵਾਨ ਆਪਣੇ ਕੋਲ ਆ ਗਏ ਨੇ। ਭਾਈ ਕਾਹਨ ਸਿੰਘ ਨਾਭਾ ਉਹ ਵ੍ਰੀ ਧਾਤੂ ਤੋਂ ਮੰਨਦੇ ਨੇ ਤੇ ਅਰਥ ਮੰਨਦੇ ਨੇ ਵਾਰ ਕਰਨਾ ਜਾਂ ਵਾਰ ਰੋਕਣਾ, ਯਾਨੀ ਹਮਲਾ ਕਰਨਾ ਜਾਂ ਫਿਰ ਹਮਲਾ ਰੋਕਣਾ। ਪਰ ਪ੍ਰੋਫੈਸਰ ਪਿਆਰਾ ਸਿੰਘ ਪਦਮ ਕੀ ਕਹਿੰਦੇ ਨੇ? ਉਹ ਕਹਿੰਦੇ ਨੇ ਕਿ ਜਿਹੜੀ ਵਾਰ ਯੁੱਧ ਬਿਰਤਾਂਤ ਦੀ ਕਵਿਤਾ ਹੈ ਜੋ ਭੱਟ ਕਵੀਆਂ ਜਾਂ ਢਾਡੀਆਂ ਦੁਆਰਾ ਗਾਈ ਗਈ ਹੈ, ਉਸੇ ਨੂੰ ਵਾਰਤਾ ਜਾਂ ਫਿਰ ਬਾਤ ਜਾਂ ਫਿਰ ਵਾਰ ਕਿਹਾ ਗਿਆ। ਹੁਣ ਤੀਜਾ ਆਪਣੇ ਕੋਲੇ ਜੋ ਵੈਰੀ ਇੰਪੋਰਟੈਂਟ ਆ ਜਾਂਦਾ ਹੈ ਉਹ ਆ ਜਾਂਦਾ ਹੈ ਪ੍ਰੋਫੈਸਰ ਪ੍ਰੀਤਮ ਸਿੰਘ। ਇਹਨਾਂ ਨੂੰ ਵੀ ਆਪਾਂ ਦੇਖ ਲੈਂਦੇ ਹਾਂ। ਤਾਂ ਇਹਨਾਂ ਦੇ ਅਨੁਸਾਰ ਵਾਰ ਹੈ ਜਿਹੜਾ ਉਹ ਵੀਰ ਕਾਵੀ ਦੀ ਉਤਪਤੀ ਤੇ ਵਿਕਾਸ, ਇਹਨਾਂ ਦਾ ਜਿਹੜਾ ਇੱਕ ਲੇਖ ਹੈ ਉਹਦੇ ਅੰਦਰ ਕਹਿੰਦੇ ਨੇ ਕਿ ਵਾਰ ਦੇ ਸ਼ਾਬਦਿਕ ਅਰਥਾਂ 6 ਪੱਖਾਂ ਬਾਰੇ ਵਿਸਤਾਰ ਪੂਰਵਕ ਚਰਚਾ ਕਰਦੇ ਨੇ। ਤੇ ਉਹਨਾਂ ਦੇ ਅਨੁਸਾਰ ਇੱਥੇ ਉਹਨਾਂ ਨੇ ਉਹ 6 ਪੱਖਾਂ ਦੀ ਗੱਲ ਕੀਤੀ ਹੈ। ਦੇਖੋ ਵੈਸੇ ਤਾਂ ਬੁੱਕ ਦੇ ਅੰਦਰ ਜੋ ਵੀ ਚੀਜ਼ ਦਿੱਤੀ ਜਾਂਦੀ ਹੈ ਉਹ ਇੰਪੋਰਟੈਂਟ ਹੁੰਦੀ ਹੈ, ਤੇ ਪਰ ਆਪਾਂ ਸਾਰੀਆਂ ਯਾਦ ਨਹੀਂ ਕਰ ਸਕਦੇ, ਪਰ ਉਹਨਾਂ ਨੂੰ ਨੋਟਿਸ ਜ਼ਰੂਰ ਕਰਨਾ ਪੈਂਦਾ ਹੈ, ਕਿਉਂਕਿ ਐਗਜ਼ਾਮ ਦੇ ਅੰਦਰ ਪ੍ਰਸ਼ਨ ਕਿੱਥੋਂ ਆਉਣਾ ਹੈ ਇਹ ਆਪਾਂ ਨੂੰ ਵੀ ਨਹੀਂ ਪਤਾ ਹੁੰਦਾ। ਪਰ ਇੰਨਾ ਜ਼ਰੂਰ ਪਤਾ ਹੁੰਦਾ ਹੈ ਕਿ ਜੋ ਆਪਾਂ ਨੂੰ ਸਿਲੇਬਸ ਦਿੱਤਾ ਹੈ ਉਹ ਸਿਲੇਬਸ ਕਿਹੜੀਆਂ ਬੁੱਕਾਂ ਦੇ ਅੰਦਰ ਤੇ ਕਿੱਥੇ ਉਹਦੇ ਪੁਆਇੰਟ ਨੇ, ਪ੍ਰਸ਼ਨ ਉੱਥੋਂ ਹੀ ਲਏ ਜਾਣੇ ਨੇ।
ਪ੍ਰਸ਼ਨ ਉਦੋਂ ਬਾਹਰ ਵੀ ਨਹੀਂ ਆਉਣੇ। ਤਾਂ ਸੋ ਆਪਣੇ ਲਈ ਇਹ ਪੜ੍ਹਨਾ ਜ਼ਰੂਰੀ ਹੁੰਦਾ ਹੈ। ਤਾਂ ਵਾਰ ਦੀ ਜਿਹੜੀ ਇਹ ਉਤਪਤੀ ਹੈਗੀ ਉਹ ਸੰਸਕ੍ਰਿਤ ਦੇ ਵਿਰੀ ਧਾਤੂ ਤੋਂ ਮੰਨਦੇ ਆ, ਜਿਸ ਦਾ ਅਰਥ ਹੈ ਵੈਰੀ, ਬਹਾਦਰ ਜਾਂ ਦੁਸ਼ਮਣ। ਯਾਨੀ ਇਸ ਤਰੀਕੇ ਨਾਲ ਵਾਰ ਤੋਂ ਭਾਵ ਇਹ ਕਰਨ ਵਾਲਾ ਹੈ ਕਿ ਵਾਰ ਰੋਕਣਾ ਜਾਂ ਫਿਰ ਵਾਰ ਕਰਨ ਵਾਲਾ ਹੈ। ਦੂਜਾ ਅਰਥ ਭਾਵ ਸਮੂਹ ਹੈ। ਤੀਜਾ ਅਰਥ ਭਾਵ ਵਰਜਣਾ ਜਾਂ ਰੋਕਣਾ ਵੀ ਹੈ। ਇਉਂ ਹਮਲੇ, ਧਾਵੇ ਤੇ ਰੋਕਣ ਦੀ ਸੁਰੱਖਿਆ ਦੇ ਯਤਨਾਂ ਕਰਨਾ ਵੀ ਇਹਨਾਂ ਨਾਂ ਵਾਰ ਦਿੱਤਾ ਹੋਇਆ ਹੈ। ਵਾਰ ਦਾ ਚੌਥਾ ਅਰਥ ਯਾਨੀ ਪ੍ਰੀਤਮ ਸਿੰਘ ਨੇ 6 ਸ਼ਾਬਦਿਕ ਅਰਥਾਂ ਦੀ ਗੱਲ ਕੀਤੀ ਹੈ, 6 ਦੀ ਗੱਲ ਕੀਤੀ ਹੈ। 6 ਦੇ 6 ਦੇ ਚੌਥੇ ਨੇ ਵਾਰ ਦੁਹਰਾਉਣਾ, ਕਿਉਂਕਿ ਢਾਡੀ ਜਾਂ ਫਿਰ ਲੋਕ ਜਿਹੜੇ ਕਵੀ ਸੀ ਉਹ ਵਾਰ-ਵਾਰ ਦੁਹਰਾ ਕੇ ਸੁਣਾਉਂਦੇ ਸੀ। ਪੰਜਵਾਂ ਵਾਰ ਦਾ ਅਰਥ ਬਾਰ ਹੈ। ਬਾਰ ਤੋਂ ਭਾਵ ਦਰਵਾਜ਼ਾ ਯਾਨੀ ਜਿਹੜਾ ਗੇਟ ਹੁੰਦਾ ਹੈ। ਇਹ ਸ਼ਬਦ ਰਿਗਵੇਦ ਵਿੱਚ ਵੀ ਇਸੇ ਅਰਥਾਂ ਵਿੱਚ ਮਿਲਦਾ ਹੈ ਅਤੇ ਮਾਲਵੇ ਵਿੱਚ ਵੀ ਇਹ ਸ਼ਬਦ ਆਮ ਹੀ ਵਰਤਿਆ ਜਾਂਦਾ ਹੈ। ਢਾਡੀ ਜਾਂ ਭੱਟ ਲੋਕ ਸੂਰਮਿਆਂ ਨੇ ਬਾਰਾਂ ਵਿੱਚ ਖਲੋ ਕੇ ਵੀਰਤਾ ਭਰਪੂਰ ਗੀਤਾਂ ਦਾ ਉਚਾਰਨ ਕਰਦੇ ਨੇ, ਇਸ ਲਈ ਇਸ ਦਾ ਨਾਮ ਵਾਰ ਪੈ ਗਿਆ। ਵਾਰ ਦਾ 6ਵਾਂ ਅਰਥ ਬਾਰਠ ਹੈ। ਬਾਰਠ ਰਾਜਸਥਾਨ ਦੇ ਬਾਰਠ ਨਾਂ ਦੀ ਇੱਕ ਭੱਟ ਕਵੀਆਂ ਦੀ ਜਾਤੀ ਹੈ, ਜੋ ਸਵਾਮੀਆਂ ਦੇ ਦਰ 'ਤੇ ਸੂਰਮਿਆਂ ਦੇ ਜਿਹੜੇ ਪ੍ਰਸ਼ੰਸਾ ਭਰੇ ਗੀਤ ਗਾਉਂਦੇ ਨੇ, ਉਹਨਾਂ ਦੇ ਹੱਕ 'ਚ ਗਾਉਂਦੇ ਨੇ ਅਤੇ ਇਨਾਮ ਪ੍ਰਾਪਤ ਕਰਦੇ ਨੇ, ਅਤੇ ਉਹਨਾਂ ਨੂੰ ਆਪਾਂ ਵਾਰ ਕਹਿੰਦੇ ਹਾਂ। ਤਾਂ ਹੁਣ ਪ੍ਰੀਤਮ ਸਿੰਘ ਨੇ ਵਾਰ ਦੇ 6 ਪੱਖ ਦੱਸੇ ਨੇ। ਯਾਨੀ ਆਪਾਂ ਨੂੰ ਪ੍ਰਸ਼ਨ ਇਸ ਤਰੀਕੇ ਨਾਲ ਪੁੱਛਿਆ ਜਾ ਸਕਦਾ ਹੈ ਕਿ ਹੇਠ ਲਿਖਿਆ ਵਿੱਚੋਂ ਕਿਹੜਾ ਵਿਦਵਾਨ ਵਾਰ ਨੂੰ 6 ਪੱਖਾਂ ਦੇ ਅੰਦਰ ਪੇਸ਼ ਕਰਦਾ ਹੈ, ਤਾਂ ਉਹ ਪ੍ਰੋਫੈਸਰ ਪ੍ਰੀਤਮ ਸਿੰਘ ਹੋਏਗਾ। ਆਹ ਲਾਈਨ ਇੰਪੋਰਟੈਂਟ ਕਰ ਲੈਣਾ ਕਿ ਪ੍ਰੋਫੈਸਰ ਪ੍ਰੀਤਮ ਸਿੰਘ ਨੇ ਵਾਰ ਦਾ 6ਵਾਂ ਅਰਥ ਕੀ ਮੰਨਿਆ? ਬਾਰਠ ਮੰਨਿਆ ਹੈ। ਇਹ ਇੰਪੋਰਟੈਂਟ ਕਰ ਲੈਣਾ, ਇਹ ਪੁੱਛਿਆ ਜਾ ਸਕਦਾ ਹੈ। ਅਤੇ ਬਾਰਠ ਕਿਉਂ ਮੰਨਿਆ ਹੈ ਇਹ ਇਸ ਨੇ ਆਪਣੀ ਅਗਲੀ ਲਾਈਨ ਦੇ ਅੰਦਰ ਵੀ ਦੱਸ ਦਿੱਤਾ ਹੈ। ਬਸ ਇੱਦਾਂ ਦੇ ਹੀ ਪ੍ਰਸ਼ਨ ਲਾਈਨਾਂ ਦੇ ਅੰਦਰੋਂ ਹੀ ਚੁੱਕਣੇ ਨੇ ਅਤੇ ਬਾਅਦ ਦੇ ਅੰਦਰ ਫਿਰ ਸਟੂਡੈਂਟ ਦੇਖਦੇ ਰਹਿੰਦੇ ਨੇ ਕਿ ਇਹ ਪਤਾ ਨਹੀਂ ਕਿੱਥੋਂ ਆ ਗਿਆ। ਦੇਖੋ ਮੈਕਸੀਮਮ ਜੋ ਮੈਰਿਟ ਸਿਲੈਕਸ਼ਨ ਦੀ ਜਾਂਦੀ ਹੈ ਉਹ ਕੁਐਸਚਨ ਕਿਤਾਬਾਂ ਦੇ ਅੰਦਰੋਂ ਦੱਸੇ ਹੋਏ ਸਿਲੇਬਸ ਦੇ ਅੰਦਰੋਂ ਹੀ ਆਉਣੇ ਹੁੰਦੇ ਨੇ ਅਤੇ ਆਉਂਦੇ ਵੀ ਨੇ। ਪਰ ਸਾਡਾ ਇਹ ਭਰਮ ਅਤੇ ਭੁਲੇਖਾ ਹੁੰਦਾ ਕਿ ਅਸੀਂ ਕਿਸੇ ਹੋਰ ਹੀ ਤਰੀਕੇ ਨਾਲ ਪੜ੍ਹਦੇ ਰਹਿੰਦੇ ਹਾਂ। ਜੋ ਪੈਟਰਨ ਹੁੰਦਾ ਹੈ ਉਸ ਨੂੰ ਅਸੀਂ ਅਣਗੌਲਿਆਂ ਕਰਕੇ ਹੀ ਜਾਂ ਫਿਰ ਬਹੁਤ ਸਾਰੇ ਬੱਚੇ ਜਿਹੜਾ ਆਪਣੇ ਤਰੀਕੇ ਨਾਲ ਪੜ੍ਹਦੇ ਰਹਿੰਦੇ, ਜਿਹੜੇ ਉਹਨਾਂ ਨੂੰ ਚੰਗਾ ਲੱਗਦਾ ਹੈ। ਇੱਥੇ ਚੰਗੇ ਲੱਗਣ ਵਾਲੀ ਕੋਈ ਗੱਲ ਨਹੀਂ, ਸਭ ਸਿਲੇਬਸ ਚੰਗਾ ਹੈ, ਪਰ ਅਕੋਰਡਿੰਗ ਟੂ ਸਿਲੇਬਸ ਚੱਲਣਾ ਹੀ ਤੁਹਾਡੀ ਕਾਮਯਾਬੀ ਦਾ ਆਧਾਰ ਹੋਏਗਾ। ਹੁਣ ਆਪਾਂ ਇੱਕ ਹੋਰ ਦੇਖਣਾ ਹੈ, ਡਾਕਟਰ ਸੁਹਿੰਦਰ ਸਿੰਘ ਵਣਜਾਰਾ ਬੇਦੀ। ਇੱਕ ਵੱਡਾ ਨਾਮ ਹੈ, SS ਬੇਦੀ ਵੀ ਇਹਨਾਂ ਨੂੰ ਕਿਹਾ ਜਾਂਦਾ ਹੈ। ਤਾਂ ਇਹ ਕਹਿੰਦੇ ਨੇ ਕਿ ਵਾਰ ਕਾਵੀ ਰੂਪ ਦਾ ਉਥਾਨ ਪੰਜਾਬੀ ਦੇ ਲੋਕ ਗੀਤ ਵਾਰਨੇ ਵਿੱਚੋਂ ਮੰਨਦੇ ਨੇ। ਯਾਨੀ ਵਾਰਨੇ 'ਚੋਂ ਕਿਸ ਨੇ ਮੰਨਿਆ ਵਾਰ ਕਾਵੀ ਰੂਪ ਦੀ ਉਤਪਤੀ? ਉਹ SS ਬੇਦੀ ਨੇ ਜਾਂ ਫਿਰ ਸੁਹਿੰਦਰ ਸਿੰਘ ਵਣਜਾਰਾ ਬੇਦੀ ਨੇ। SS ਬੇਦੀ ਵੀ ਆ ਜਾਏ ਤਾਂ ਕਨਫਿਊਜ਼ ਨਹੀਂ ਹੋਣਾ। ਸੁਹਿੰਦਰ ਸਿੰਘ ਵਣਜਾਰਾ ਬੇਦੀ ਇਹਨਾਂ ਦਾ ਪੂਰਾ ਨਾਮ ਹੈ। ਬਹੁਤ ਵਾਰ ਇਸ ਨੂੰ SS ਬੇਦੀ ਜਾਂ ਫਿਰ ਵਣਜਾਰਾ ਬੇਦੀ ਵੀ ਲਿਖਿਆ ਜਾਂਦਾ ਹੈ। ਪੰਜਾਬੀ ਲੋਕ ਜਦੋਂ ਯੁੱਧ ਕਰਨ ਲਈ ਜਾਂਦੇ ਸਨ ਤਾਂ ਮਾਵਾਂ ਉਹਨਾਂ ਦੇ ਸਿਰ ਵਾਰਨੇ ਕਰਦੀਆਂ ਸਨ। ਇਸ ਤਰ੍ਹਾਂ ਸਿਰ ਵਾਰਨੇ ਦੀ ਰੀਤ ਵੇਲੇ ਯੁੱਧ ਵਿੱਚ ਜਾ ਰਹੇ ਸੂਰਮੇ ਦੇ ਜਸ ਵਿੱਚ ਗੀਤ ਗਾਏ ਜਾਂਦੇ ਸਨ। ਇਹਨਾਂ ਗੀਤਾਂ ਨੂੰ ਵਾਰਨੇ ਕਿਹਾ ਜਾਂਦਾ ਸੀ। ਡਾਕਟਰ ਬੇਦੀ ਅਨੁਸਾਰ ਇਹੋ ਕਾਵੀ ਕਰਮ ਵਿਕਸਿਤ ਹੋ ਕੇ ਵਾਰ ਕਾਵੀ ਰੂਪ ਦੇ ਨਾਂ ਨਾਲ ਪ੍ਰਸਿੱਧ ਹੋ ਗਿਆ। ਤਾਂ ਦੇਖੋ ਵਣਜਾਰਾ ਬੇਦੀ ਨੇ ਕਿਸ ਨੂੰ ਮੰਨਿਆ? ਵਾਰਨੇ ਨੂੰ ਮੰਨਿਆ। ਵਾਰਨਾ ਕਿਹੜਾ? ਜਿਹੜੀਆਂ ਯੁੱਧ ਬਿਰਤਾਂਤ ਵੇਲੇ ਜਾਣ ਲੱਗੀਆਂ ਮਾਵਾਂ ਆਪਣੇ ਪੁੱਤਾਂ ਦੇ ਸਿਰ ਤੋਂ ਵਾਰਨੇ ਕਰਦੀਆਂ ਸਨ। ਅਤੇ ਇਸ ਤੋਂ ਬਾਅਦ 'ਚ ਆਪਾਂ ਦੇਖ ਲੈਂਦੇ ਹਾਂ ਕਿ ਇਹ ਜਿਹੜੇ ਆਪਣੇ ਕੋਲ ਜਿੰਨੇ ਵੀ ਆਪਾਂ ਆਏ ਇਸ ਦੇ ਅੰਦਰ ਨੇ ਕਿ ਕਈ ਵਿਦਵਾਨ ਜਸ ਦੀ ਕਵਿਤਾ ਨੂੰ ਵੀ ਕਹਿੰਦੇ ਨੇ। ਵਾਰ ਕਿਸ ਨੂੰ ਕਹਿੰਦੇ ਨੇ? ਜਸ ਦੀ ਕਵਿਤਾ ਨੂੰ। ਸੰਸਕ੍ਰਿਤ ਵਿੱਚ ਜਸ ਦੇ ਅਰਥਾਂ ਵਿੱਚ ਰਾਈਸੋ ਨਾਂ ਦੀ ਕਵਿਤਾ ਪ੍ਰਸਿੱਧ ਸੀ, ਜੋ 13ਵੀਂ ਸਦੀ ਦੇ ਚਾਂਦ ਬਰਦਾਈ ਨੇ ਪ੍ਰਿਥਵੀ ਰਾਜ ਰਾਈਸੋ ਲਿਖਿਆ ਸੀ। ਇਹ ਰਾਜਸਥਾਨ ਦੇ ਇਤਿਹਾਸ ਦੇ ਨਾਲ ਸੰਬੰਧਿਤ ਹੈ। ਵਾਰ ਕਾਵੀ ਰੂਪ ਇਸ ਨਾਲ ਮੇਲ ਖਾਂਦਾ ਪ੍ਰਤੀਤ ਹੁੰਦਾ ਹੈ। ਆਪਣੇ ਕੋਲੇ 4 ਵਿਦਵਾਨਾਂ ਦਾ ਵੇਰਵਾ ਹੈ।
ਵਾਰ ਸ਼ਬਦ ਦੇ ਬਾਰੇ, ਇਸ ਦੀ ਉਤਪਤੀ ਦੇ ਬਾਰੇ, ਇਸ ਦੀ ਸ਼ਬਦ ਜਿਹੜਾ ਹੈ ਉਹ ਕਿਉਂ ਪਿਆ, ਇਸ ਦੇ ਬਾਰੇ। ਤੇ ਚਾਰਾਂ ਨੂੰ ਆਪਣੀ ਨੋਟਬੁੱਕ ਦੇ ਅੰਦਰ ਨੋਟ ਕਰ ਲੈਣਾ, ਬੜਾ ਹੀ ਕਲੀਅਰ ਨੋਟ ਕਰਨਾ ਹੈ, ਕੋਈ ਕਨਫਿਊਜ਼ਨ ਨਹੀਂ ਹੋਏਗਾ। ਪਹਿਲਾ ਹੈ ਭਾਈ ਕਾਹਨ ਸਿੰਘ ਨਾਭਾ, ਉਹ ਵਰੀ ਧਾਤੂ ਤੋਂ ਮੰਨਦੇ ਨੇ। ਦੂਜੇ ਪਿਆਰਾ ਸਿੰਘ ਪਦਮ, ਉਹਨਾਂ ਦੇ ਅਨੁਸਾਰ ਜਿਹੜੀ ਵਾਰਤਾ ਹੈ ਯਾਨੀ ਯੁੱਧ ਵਰਤਾਂਤ ਵਾਲੀ ਜੋ ਕਾਵੀ ਰਚਨਾ ਹੈ, ਜੋ ਭੱਟਾਂ ਕਵੀਆਂ ਢਾਡੀਆਂ ਦੇ ਦੁਆਰਾ ਗਾਈ ਜਾਂਦੀ ਸੀ, ਉਹ ਵਾਰ ਹੈ। ਪ੍ਰੋਫੈਸਰ ਪਿਆਰਾ ਸਿੰਘ ਪ੍ਰੀਤਮ ਸਿੰਘ, ਪ੍ਰੋਫੈਸਰ ਪ੍ਰੀਤਮ ਸਿੰਘ ਜੀ ਨੇ ਉਹ ਵਾਰ 6 ਪੱਖਾਂ ਤੋਂ ਮੰਨਦੇ ਨੇ, ਵਾਰ ਦੇ 6 ਵੱਖ-ਵੱਖ ਅਰਥ ਪੇਸ਼ ਕਰਦੇ ਨੇ। ਤੇ 6ਵਾਂ ਜਿਹੜਾ ਅਰਥ ਦੱਸਿਆ ਉਹਨਾਂ ਨੇ ਬਾਰਠ ਦੱਸਿਆ ਹੈ। ਤੇ ਇੱਕ ਆਪਣੇ ਕੋਲੇ ਆ ਜਾਂਦਾ ਹੈ ਸੁਹਿੰਦਰ ਸਿੰਘ ਵਣਜਾਰਾ ਵੇਦੀ, ਇਹ ਕਹਿੰਦੇ ਨੇ ਕਿ ਵਾਰ ਸ਼ਬਦ ਹੈ ਜਿਹੜਾ ਵਾਰਨੇ ਤੋਂ ਹੈ। ਇਹਨਾਂ ਦੇ ਅਨੁਸਾਰ ਵਾਰ ਸ਼ਬਦ ਕਿਸ ਤੋਂ ਹੈ, ਵਾਰਨੇ ਤੋਂ ਹੈ। ਨੋਟ ਕਰ ਲੈਣਾ। ਵਾਰ ਤੋਂ ਅਗਰ ਕੋਈ ਇੱਦਾਂ ਦਾ ਪੁੱਛਿਆ ਜਾਏਗਾ ਕਿ ਹੇਠ ਲਿਖੇ ਸ਼ਬਦਾਂ ਵਿੱਚੋਂ ਜਿਹੜਾ ਵਾਰਨੇ ਸ਼ਬਦ ਦੀ ਉਤਪਤੀ ਕਿਹੜੇ ਵਿਦਵਾਨ ਦੱਸਦੇ ਨੇ, ਤਾਂ ਉਹ SS ਵੇਦੀ ਜਾਂ ਫਿਰ ਵਣਜਾਰਾ ਵੇਦੀ ਹੋ ਜਾਣਗੇ। ਮੈਂ ਕੋਸ਼ਿਸ਼ ਕਰਾਂਗਾ ਕਿ ਓਬਜੈਕਟਿਵ ਟਾਈਪ ਕੁਐਸਚਨਾਂ ਦੀ ਵੀ ਆਪ ਨੂੰ ਇਸ ਦੇ ਪ੍ਰੈਕਟਿਸ ਕਰਵਾ ਦਿਆਂ, ਕਿਉਂਕਿ ਮੇਰਾ ਮਕਸਦ ਹੈ ਐਗਜ਼ਾਮ ਦੇ ਲਈ ਜੋ ਤੁਹਾਨੂੰ ਸਿਲੇਬਸ ਦੱਸਿਆ ਗਿਆ, ਜੋ ਬੁੱਕਾਂ ਦੱਸੀਆਂ ਗਈਆਂ, ਉਹਨਾਂ ਨੂੰ ਤਿਆਰ ਕਰਵਾਉਣਾ ਤੇ ਐਗਜ਼ਾਮ ਦੇ ਅੰਦਰ ਇਹਨਾਂ ਦੇ ਅੰਦਰੋਂ ਹੀ ਪੁੱਛਿਆ ਜਾਣਾ ਹੈ। ਹੁਣ ਆਪਾਂ ਇਹਨਾਂ ਦੀਆਂ ਪਰਿਭਾਸ਼ਾਵਾਂ ਦੇਖ ਲੈਂਦੇ ਹਾਂ ਕਿ ਪਰਿਭਾਸ਼ਾ ਕਿਹੜੀ ਕਿਹੜੀ ਹੈ। ਆਪਣੇ ਕੋਲੇ ਰਤਨ ਸਿੰਘ ਜੱਗੀ ਆ ਜਾਂਦੇ ਨੇ। ਰਤਨ ਸਿੰਘ ਜੱਗੀ ਨੇ ਜਿਹੜੇ ਉਹ ਵਾਰ ਨੂੰ ਪਰਿਭਾਸ਼ਿਤ ਕਰਦੇ ਹੋਏ ਕਹਿੰਦੇ ਨੇ ਕਿ ਵਾਰ ਉਸ ਕਾਵੀ ਵਾਰਤਾ ਨੂੰ ਕਹਿੰਦੇ ਨੇ ਜਿਸ ਵਿੱਚ ਨਾਇਕਾਂ ਦੀ ਪ੍ਰਸ਼ੰਸਾ ਦੇ ਪ੍ਰਸੰਗ ਰਤਨ ਸਿੰਘ ਜੱਗੀ ਦੇ ਅਨੁਸਾਰ ਵਿੱਚ ਪੇਸ਼ ਕੀਤੀ ਹੋਈ ਹੈ ਤੇ ਨਾਇਕ ਪ੍ਰਤੀ ਨਾਇਕ ਦੀ ਟੱਕਰ ਦਾ ਵਰਣਨ ਉਤਸ਼ਾਹ ਵਧਾਉਣ ਵਾਲੀ ਸ਼ੈਲੀ ਵਿੱਚ ਕੀਤਾ ਗਿਆ। ਇਹ ਟੱਕਰ ਸੂਖਮ ਤੇ ਸਥੂਲ ਦੋਹਾਂ ਤਰ੍ਹਾਂ ਦੀ ਹੋ ਸਕਦੀ ਹੈ। ਯੁੱਧ ਸੰਬੰਧੀ ਲਿਖੀਆਂ ਵਾਰਾਂ ਵਿੱਚ ਇਹ ਟੱਕਰ ਸਥੂਲ ਹੁੰਦੀ ਹੈ ਅਤੇ ਅਧਿਆਤਮਿਕ ਵਾਰਾਂ ਵਿੱਚ ਇਸ ਦਾ ਸਰੂਪ ਸੂਖਮ ਹੁੰਦਾ ਹੈ। ਯਾਨੀ ਆਪਾਂ ਜੱਗੀ ਜੀ ਦੇ ਅਨੁਸਾਰ ਜਦੋਂ ਗੱਲ ਕਰਦੇ ਹਾਂ, ਉਹਨਾਂ ਨੇ ਪਰਿਭਾਸ਼ਾ ਦਿੰਦੇ ਹੋਏ ਵਾਰ ਦੀ ਕਿਹਾ ਹੈ ਕਿ ਇਹ ਸੂਖਮ ਤੇ ਸਥੂਲ ਦੇ ਅੰਦਰ ਹੁੰਦੀ ਹੈ। ਸੂਖਮ ਦਾ ਮਤਲਬ ਹੈ ਕਿ ਇਹ ਅਧਿਆਤਮਿਕ ਵਾਰਾਂ ਦੇ ਅੰਦਰ ਲਈ ਜਾਂਦੀ ਹੈ। ਯਾਨੀ ਅਧਿਆਤਮਿਕ ਵਾਰ ਦੇ ਅੰਦਰ ਜਿੱਥੇ ਯੁੱਧ ਵਰਣਨ ਹੁੰਦਾ ਹੈ, ਉਹ ਆਤਮਾ ਤੇ ਪਰਮਾਤਮਾ ਨੂੰ ਪ੍ਰਸੰਗ ਦੇ ਰੂਪ ਦੇ ਅੰਦਰ ਲੈ ਕੇ ਤੇ ਕਿਤੇ ਨਾ ਕਿਤੇ ਦੁਨਿਆਵੀ ਜਿਹੜੇ ਦਵੈਸ਼ ਨੇ ਉਹਨਾਂ ਦੇ ਨਾਲ ਟੱਕਰ ਕਰਵਾਈ ਜਾਂਦੀ ਹੈ। ਪਰ ਜਿੱਥੇ ਆਪਾਂ ਸਥੂਲ ਦੀ ਗੱਲ ਕਰਦੇ ਹਾਂ ਤਾਂ ਉੱਥੇ ਜ਼ਮੀਨੀ ਯੁੱਧ ਜਿਹੜੀਆਂ ਜੰਗਾਂ ਨੇ, ਭੇਡਾਂ ਨੇ, ਜਿਹੜੇ ਵਾਰ ਨੇ, ਉਸ ਦੇ ਅੰਦਰ ਲਈ ਜਾਂਦੀ ਹੈ ਜਿੱਥੇ ਕਿਸੇ ਇੱਕ ਹਮਲਾਵਰ ਦਾ ਦੂਜੇ ਨਾਲ ਹਮਲਾ ਹੋਇਆ ਹੈ। ਤਾਂ ਇਹ ਜੱਗੀ ਜੀ ਦੇ ਅਨੁਸਾਰ ਪਰਿਭਾਸ਼ਾ ਦਿੱਤੀ ਗਈ। ਇਸ ਤਰੀਕੇ ਨਾਲ ਮਾਈਂਡ ਦੇ ਅੰਦਰ ਫਿੱਟ ਕਰ ਸਕਦੇ ਹੋ। ਅਗਰ ਇੱਦਾਂ ਦੀ ਤੁਹਾਨੂੰ ਲੱਗੇ ਤਾਂ ਫਿਰ ਉਹ ਜੱਗੀ ਜੀ ਹੋਣਗੇ। ਨੋਟ ਕਰ ਲੈਣਾ। ਇਸ ਤੋਂ ਬਾਅਦ 'ਚ ਆਪਾਂ ਇਸ ਦੇ ਤੱਤ ਦੇਖਣੇ ਨੇ। ਤੱਤ ਯਾਨੀ ਇਹਨੂੰ ਆਪਾਂ ਅੰਗ ਵੀ ਕਹਿ ਦਿੰਦੇ ਹਾਂ, ਤੱਤ ਵੀ ਕਹਿ ਦਿੰਦੇ ਹਾਂ ਤੇ ਅੰਗ ਵੀ ਕਹਿ ਦਿੰਦੇ ਹਾਂ। ਤੇ ਇਹਨਾਂ ਦੀ ਪਛਾਣ ਹੈ ਜਿਹੜੀ ਪਹਿਲਾ ਆ ਜਾਂਦਾ ਹੈ ਵਿਸ਼ਾ ਵਸਤੂ ਆ ਜਾਂਦਾ ਹੈ ਨਾ, ਵਸਤੂ ਵਿਧਾਨ ਆ ਜਾਂਦਾ ਹੈ। ਵਾਰ ਦੇ ਵਸਤੂ ਵਿਧਾਨ ਨੂੰ ਹੇਠ ਲਿਖਿਆ ਭਾਗਾਂ ਵਿੱਚ ਵੰਡਿਆ ਜਾ ਸਕਦਾ। ਇੱਕ ਆ ਜਾਂਦਾ ਮੰਗਲਾਚਰਨ। ਮੰਗਲਾਚਰਨ ਕੋਈ ਵੀ ਵਾਰ ਰਚਨਾ ਹੈ ਜਿਹੜਾ ਉਹਦੇ ਆਰੰਭ ਦੇ ਅੰਦਰ ਆਉਂਦਾ ਹੈ। ਪਹਿਲਾ ਆਪਣਾ ਪ੍ਰਸ਼ਨ ਇਹ ਹੈ ਕਿ ਮੰਗਲਾਚਰਨ ਵਾਰ ਵਿਧਾ ਦੇ ਅੰਦਰ ਵਰਤਿਆ ਜਾਂਦਾ ਹੈ। ਆਰੰਭ ਅੰਦਰ, ਮੱਧ ਅੰਦਰ, ਅੰਤ ਦੇ ਅੰਦਰ ਜਾਂ ਕਿਤੇ ਵੀ ਵਰਤ ਸਕਦੇ ਹਾਂ। ਤਾਂ ਕਦੇ ਵੀ ਜਿਹੜਾ ਮੰਗਲਾਚਰਨ ਹੈ ਉਹ ਆਰੰਭ ਦੇ ਅੰਦਰ ਆਉਂਦਾ ਹੈ। ਮੰਗਲਾਚਰਨ ਹੈ ਕਿ ਇਹ ਉਸ ਜਿਹੜਾ ਵਾਰਕਾਰ ਹੁੰਦਾ ਹੈ ਉਸ ਦੁਆਰਾ ਲਿਖਿਆ ਗਿਆ ਉਹ ਕਾਵੀ ਬੰਦ ਜਾਂ ਫਿਰ ਉਹ ਸਤਰਾਂ ਹੁੰਦੀਆਂ ਨੇ ਜੋ ਉਸ ਵਾਰ ਦੇ ਲਈ ਇੱਕ ਪਰਮਾਤਮਾ ਦੇ ਅੱਗੇ ਪ੍ਰੇਰ ਦੇ ਰੂਪ ਦੇ ਅੰਦਰ ਹੁੰਦੀਆਂ ਨੇ, ਪ੍ਰਾਰਥਨਾ ਦੇ ਰੂਪ ਦੇ ਅੰਦਰ ਹੁੰਦੀਆਂ ਨੇ ਕਿ ਮੈਂ ਇਸ ਵਾਰ ਨੂੰ ਲਿਖਣ ਜਾ ਰਿਹਾ ਤੇ ਸਹੀ ਸਲਾਮਤ ਤੇ ਇਸ ਆਪਣੇ ਵਾਸਤਵਿਕ ਜਿਹੜਾ ਉਦੇਸ਼ ਹੈ ਉਸ ਦੀ ਪੂਰਤੀ ਦੇ ਅੰਦਰ ਇਹ ਕਾਮਯਾਬ ਹੋਵੇ। ਕਿੱਸਿਆਂ ਦੇ ਅੰਦਰ ਵੀ ਮੰਗਲਾਚਰਨ ਦਾ ਵਿਧਾਨ ਹੈ। ਕਥਾ ਵਸਤੂ ਇਹਦੇ ਅੰਦਰ ਯਾਨੀ ਜਿਹੜੀਆਂ ਉਹ ਆਪਾਂ ਸਾਰਾ ਬਿਰਤਾਂਤ ਲਿਖਦੇ ਹਾਂ, ਪੜ੍ਹਦੇ ਹਾਂ, ਜਿਹੜਾ ਵਾਰ ਦੇ ਅੰਦਰ ਪੇਸ਼ ਕੀਤਾ ਜਾਂਦਾ ਹੈ ਉਹਦੇ ਅੰਦਰ ਸ਼ੰਕਾ, ਸੰਘਰਸ਼ ਤੇ ਸਮਾਧਾਨ ਤਿੰਨੇ ਗੱਲਾਂ ਆ ਜਾਂਦੀਆਂ ਨੇ ਤਾਂ ਉਹਨੂੰ ਆਪਾਂ ਕਥਾ ਵਸਤੂ ਦੇ ਅੰਦਰ ਕਹਿ ਦਿੰਦੇ ਹਾਂ। ਮਹਾਤਮ ਜਿਹੜਾ ਪੇਸ਼ ਕੀਤਾ ਜਾਂਦਾ ਹੈ,
महात्म वो हुंदा जिहड़ा पेश किया जाता है, जिस दी प्राप्ति करनी हुंदी है, यानी कोई भी विधा है जिहड़ी वो क्यों लिखी जाती है। तो इस तरीके नाल वस्तु विधान के अंदर जिहड़े तत्त ने वो इस प्रकार नाल वंडे गए ने। इन्हां नूं नोट कर लेना, ये इंपोर्टेंट भी है। हुण आपां इस दे बारे पढ़ लैंदे हां। वार दे आरंभ विच मंगलाचरण हुंदा है, जिस विच वारकर अपनी इष्ट देव या परमात्मा नूं याद करदा है। ये आपां गल कर चुके हैं। मंगलाचरण तो बाद कथा वस्तु की पेशकारी हुंदी है, जो 3 हिस्सिਆਂ 'ਚ हुंदी है। पहला शंका पक्ष, दूजा युद्ध संघर्ष ते कारणां उपर चानणा पाया जांदा है, ते तीजा संघर्ष पक्ष है, जिस विच दोहां धिरां नायक प्रतिनायक विचकार टक्कर या जंग विस्तार नाल चितरिया गया हुंदा। ये आपां गल कर चुके हैं। तीजा समाधान पक्ष है, इस विच जंग या टक्कर दे सिੱਟੇ दा वेरवा दिता हुंदा है, जो असली उद्देश हुंदा है, जो दसना हुंदा है ना। कोई भी किरत हुंदी है उहदे अंदर जो मैसेज निकलना हुंदा हैगा, क्योंकि शुरू दे अंदर तां भरम हुंदे ने, फिर सिखर आ जाता है, फिर अंत दे अंदर जो सॉल्यूशन हुंदा है कि सच की जिहड़ी जित दिखाई जाती है। दोहां धिरां की स्थिति, जित ते हार का वर्णन इस पक्ष विच पेश किया जाता है। तो इस तरीके दे नाल देखो बहुत सारिया वारां पंजाबी साहित्य के अंदर मिलदियां ने, पर जिहड़ियां इंपोर्टेंट ने उन्हां दी गल करनी हो जाती है। कई बार साहित्य के अंदर सीधा सीधा पुछ लिया जाता है। इन्हां तिन्ना पक्षां तो बाद अध्यात्मिक संदेश वाली वीर रसी कावी वीर रसी वारां विच महात्म भी लिखिया जाता है। चंडी दी वार विच आए महात्म का नमूना दुर्गा पाठ बनाया। देखो इत्थे ये महात्म है चंडी दी वार दे अंदर। चंडी दी वार जो वार साहित्य रचना की सब तो उच्च कोटि की वार है, गुरु गोबिंद सिंह रचित है। दुर्गा पाठ बनाया सभे पौड़ियां फेर न जूनी आया, जिन ये गाया। ये महात्म है, यानी ये अंदर संदेश सुनेहा दे दिता कि जदों उस वार के अनुसार दुर्गा ने जो ये भेड़ राक्षसां नाल उन्हां दे नाल लई, तो फिर उन्होंने दोबारा इस जून के अंदर पैना नहीं पिया। तो महात्म के राही वो चीज़ है जिहड़ी पेश की जाती है। फिर इत्थे जिहड़ी गल दसी गई है कि संघर्ष या टक्कर वार का सब तो प्रमुख पक्ष है। वार विच टक्कर जितनी ही जबरदस्त ते प्रबल होगी, उतनी वार उत्साह भरपूर होएगी, यानी वो अंदर जिन्ना भेड़ होएगा ना उन्नी ही वो चंगी लगेगी। परंतु वार विचली वस्तु महान अते उसारू बिरतियां वाली होनी चाहिए, फिर भी वार सकार्थ प्रयोजन नाल जुड़ सकेगी। वार विच टक्कर चंगे माड़े कम्मां विचकार भी हो सकती है, तो विचारां जां असूलां विचकार भी हो सकती है। गुरु साहिबाना ते भाई गुरदास जी दीयां वारां विच विचारां जां असूलां विचकार संघर्ष नूं ही चितरदियां ने। देखो आपां स्थूल ते सूखम पढ़ के आए हैं ना, वो गल है। भाई गुरदास जी या गुरु साहिबान दीयां जिहड़ियां वारां ने, उत्थे कोई युद्ध लड़ाई तां नहीं हुंदी, पर उत्थे जिहड़ी ख्यालां दी विचारां दी लड़ाई हुंदी है, तो वो वारां दा रूप है। पर जिवें निजाबत दी वार है, तो उहदे अंदर तां युद्ध होया सी, तो उस युद्ध नूं पेश किया गया है। तो इस तरीके दे नाल यानी इंपोर्टेंट इस दे अंदर हुण आपां देख लैंदे हां। इंपोर्टेंट जो गल है वो ये है कि वस्तु विधान नामक दा जिहड़ा अपना तत्वार दे अंदर आ जाता है, ਉਹਦੇ अंदर मंगलाचरण कथा वस्तु जिहदे अंदर शंका संघर्ष ते समाधान हुंदा है, ते तीजा हुंदा है महात्म। बस ये इंपोर्टेंट है। इन्हां दे बारे जेकर तुहानूं पता है कि मंगलाचरण एक प्रेर हुंदी है, कथा वस्तु के अंदर वो सारा जिहड़ा समुचा खाका वो लिखिया जाता है, महात्म के अंदर जिहड़ी वो देश की प्राप्ति पेश की जाती है। बस इस दे अंदर होर तुहानूं बस इस तो बाद तुसीं अपने नोटबुक का ही रिविजन मारो, इस तो बाहर क्वेश्चन नहीं जाएगा, चाहे कितों भी आए। तुहाडे अंदर इन्ने एक क्षमता पैदा हो जाएगी कि उसका आंसर तुसीं दे सकते हो, क्योंकि ये बुकां ने ना जो ये ऑथेंटिक बुकां ने जिसनूं तुसीं चैलेंज भी कर सकते हो, क्योंकि तुहाडे सिलेबस नूं जो पेश किया गया वो इन्हां बुकां नूं ही किया गया है। तां तुसीं चैलेंज कर सकते हो, बिल्कुल इदां दा कोई मतभेद होवे तां ये तुहाडे कोले एक सबूत के तौर पर भी रहेगी। हुण जिहड़ा दूजा आ जांदा आपां वो देख लैने हैं, नायक दा जस गायन। ये तो बिल्कुल सीधा सीधा है, यानी जिहड़ा युद्ध वृतांत हुंदा है उसके अंदर जो अपना एक नायक एक खलनायक हुंदा है, तां खलनायक जरूर आरंभ के अंदर वार विधा के अंदर हावी हुंदा है, पर किते न किते उहदी हार जरूर हुंदी है। चाहे चंडी दी वार गल कर लीए,
ਉਸ ਦੇ ਅੰਦਰ ਮਹਿਖਾਸੁਰ ਵਰਗੇ ਬੜੇ ਚੜ੍ਹ ਕੇ ਆਏ ਸਨ, ਪਰ ਜਦੋਂ ਦੁਰਗਾ ਦੇਵੀ ਦਾ ਵਾਰ ਹੋਇਆ ਤਾਂ ਉਸ ਤੋਂ ਬਾਅਦ ਸਭ ਢਹਿ ਢੇਰੀ ਹੋ ਗਈ। ਤਾਂ ਇਸ ਤਰੀਕੇ ਨਾਲ ਨਾਇਕ ਦੀ ਪ੍ਰਸਿੱਧੀ ਦਾ ਵਰਣਨ ਹੁੰਦਾ ਹੈ। ਬਸ ਨਾਇਕ ਦਾ ਜਸ ਗਾਇਆ ਜਾਂਦਾ ਹੈ, ਉਹ ਵਾਰ ਦਾ ਜਿਹੜਾ ਆਪਣਾ ਦੂਜਾ ਤੱਤ ਹੋਏਗਾ। ਇਸ ਨੂੰ ਪੂਰਾ ਪੜ੍ਹਨ ਦੀ ਜ਼ਰੂਰਤ ਨਹੀਂ ਹੈ, ਇਸ ਦੇ ਬਾਰੇ ਪਤਾ ਹੋਣਾ ਹੀ ਕਾਫੀ ਹੈ। ਇਹਦੇ ਅੰਦਰ ਕੋਈ ਵੀ ਇੰਪੋਰਟੈਂਟ ਮੈਨੂੰ ਲੱਗਿਆ ਨਹੀਂ, ਤੁਸੀਂ ਫਿਰ ਵੀ ਤੁਹਾਨੂੰ ਲੱਗੇ ਤੁਸੀਂ ਇਸ ਨੂੰ ਪੜ੍ਹ ਲੈਣਾ, ਇਸ ਨੂੰ ਸਮਝ ਲੈਣਾ, ਪਰ ਇੰਪੋਰਟੈਂਟ ਸੀ ਮੈਂ ਉਹ ਤੁਹਾਨੂੰ ਨੋਟ ਕਰਵਾ ਦਿੱਤਾ। ਹੁਣ ਇੱਥੇ ਇਹਨਾਂ ਨੇ ਆਹ ਵੀ ਗੱਲ ਦੱਸੀ ਹੈ ਨਾ ਇਸ ਦੇ ਅੰਦਰ ਕਿ ਚੰਡੀ ਦੀ ਵਾਰ ਦੁਰਗਾ ਦੇ ਮੁਕਾਬਲੇ ਰਾਖਸਾਂ ਦੇ ਸਰੂਪ ਨੂੰ ਵੀ ਪੂਰੇ ਕਾਵੀ ਨਿਆਂ ਅਧੀਨ ਚਿਤਰਿਆ ਹੈ, ਜਿਵੇਂ ਕਿ ਲੱਖ ਨਗਾਰੇ ਵਜਨ ਆਮੋ ਸਾਹਮਣੇ ਰਾਖਸ਼ ਰਣੇ ਨ ਭੱਜਣ ਰੇਹੀ ਰੇਲੇ ਸਿੰਘਾਂ ਵਾਂਗੂ ਗੱਜਣ ਸਭੇ ਸੂਰਮੇ ਤਨ ਤਨ ਕਹਿਬਰ ਛੱਡਣ ਦੁਰਗਾ ਸਾਹਮਣੇ। ਯਾਨੀ ਇੱਕ ਵਾਰੀ ਤਾਂ ਉਹਨਾਂ ਨੇ ਜਿਹੜੇ ਖਲਨਾਇਕ ਸੀ ਬੜਾ ਹਮਲਾ ਕੀਤਾ ਜ਼ੋਰਦਾਰ, ਜਿਵੇਂ ਕਿ ਉਹਨਾਂ ਨੂੰ ਕੋਈ ਹਰਾ ਨਹੀਂ ਸਕਦਾ, ਪਰ ਅੰਤ ਹੈ ਜਿਹੜਾ ਉਹ ਜਿਹੜਾ ਨਾਇਕ ਦਾ ਹੁੰਦਾ ਹੈ ਉਹ ਹੀ ਵਾਰ ਦੇ ਅੰਦਰ ਪੇਸ਼ ਹੁੰਦਾ ਹੈ। ਤਾਂ ਜਿਹੜਾ ਤੀਸਰਾ ਪੁਆਇੰਟ ਆ ਜਾਂਦਾ ਇਹਦੇ ਅੰਦਰ ਇੰਪੋਰਟੈਂਟ ਸੀ ਉਹ ਇੰਨਾ ਹੀ ਸੀ। ਤੀਜਾ ਆ ਜਾਂਦਾ ਦੇਖੋ ਛੰਦ ਵਿਧਾਨ। ਛੰਦ ਵਿਧਾਨ ਇਹ ਕੁਝ ਗੱਲਾਂ ਯਾਦ ਕਰਨ ਵਾਲੀਆਂ ਨੇ ਤੇ ਕੁਝ ਸਿੱਖਣ ਵਾਲੀਆਂ ਨੇ। ਤੁਹਾਡੇ ਇਸ ਸਿਲੇਬਸ ਦੇ ਅੰਦਰ ਰਾਸ ਛੰਦ ਅਲੰਕਾਰ ਦਾ ਟੌਪਿਕ ਵੀ ਹੈ, ਮੈਂ ਬਿਲਕੁਲ ਕਰਵਾਵਾਂਗਾ ਬੜਾ ਵਧੀਆ ਤਰੀਕੇ ਨਾਲ, ਇਸ ਤਰੀਕੇ ਨਾਲ ਕਰਵਾਵਾਂਗਾ ਕਿ ਤੁਸੀਂ ਐਗਜ਼ਾਮ ਦੇ ਅੰਦਰ ਕੁਐਸਚਨ ਆਵੇ ਤਾਂ ਉਹਨੂੰ ਕਿਵੇਂ ਕਰਨਾ ਹੋਏਗਾ ਜਾਂ ਕਿਸ ਟਾਈਪ ਦੇ ਕੁਐਸਚਨ ਇਹਨਾਂ ਪੁਆਇੰਟਾਂ ਦੇ ਅੰਦਰੋਂ ਪੁੱਛੇ ਜਾ ਸਕਦੇ ਨੇ, ਸੰਭਾਵਿਤ ਹੁੰਦੇ ਨੇ ਉਹ ਸਾਰੇ ਦੇ ਸਾਰੇ। ਤਾਂ ਛੰਦ ਦੀ ਜਦੋਂ ਗੱਲ ਆ ਜਾਂਦੀ ਹੈ ਤਾਂ ਵਾਰ ਪੌੜੀ ਛੰਦ ਵਿੱਚ ਰਚੀ ਜਾਂਦੀ ਹੈ। ਪਹਿਲਾਂ ਤਾਂ ਇਹ ਗੱਲ ਬਿਲਕੁਲ ਚਾਹੇ ਰੱਟਾ ਲਗਾਓ, ਚਾਹੇ ਯਾਦ ਕਰੋ, ਚਾਹੇ ਆਪਣੀ ਨੋਟਬੁੱਕ 'ਤੇ ਲਿਖੋ, ਇਹਨੂੰ ਚਾਹੇ ਅੰਡਰਲਾਈਨ ਕਰ ਲਓ। ਵੈਸੇ ਇੱਕ ਗੱਲ ਹੋਰ ਇੱਥੇ ਦੱਸਣੀ ਬਣਦੀ ਹੈ ਕਿ ਕਿਤੇ ਵੀ ਜਦੋਂ ਪ੍ਰੀਖਿਆ ਸਿਰ 'ਤੇ ਹੋਵੇ ਤਾਂ ਉਸ ਵੇਲੇ ਜ਼ਿਆਦਾ ਲਿਖਣ ਦੇ ਅੰਦਰ ਭਰੋਸਾ ਨਾ ਕਰੋ। ਸਿਰਫ ਆਪ ਕੋਲ ਜੋ ਬੁੱਕਾਂ ਨੇ, ਅਗਰ ਬੁੱਕ ਹੈ, ਇਹ ਮੈਂ ਜੋ ਤੁਹਾਨੂੰ ਦੱਸ ਰਿਹਾ ਬੁੱਕ ਹੈ ਤੁਹਾਡੇ ਕੋਲ, ਤਾਂ ਉਹਦੇ ਅੰਦਰ ਹੀ ਇਹ ਲਾਈਨਾਂ ਨੂੰ ਲਕੀਰ ਲਓ ਤੁਸੀਂ, ਤਾਂ ਕਿ ਇਹਨਾਂ ਦਾ ਰਿਵੀਜ਼ਨ ਕੀਤਾ ਜਾ ਸਕੇ। ਨਹੀਂ ਹੈ ਤਾਂ ਆਪਣੀ ਨੋਟਬੁੱਕ ਦੇ ਅੰਦਰ ਇਹ ਇੰਪੋਰਟੈਂਟ ਗੱਲਾਂ ਹੀ ਲਿਖਦੇ ਜਾਓ, ਬਾਕੀ ਕੁਝ ਵੀ ਨਾ ਲਿਖੋ। ਅਤੇ ਜ਼ਿਆਦਾ ਸੋਹਣੀ ਲਿਖਾਈ ਦੇ ਅੰਦਰ ਲਿਖਣ ਦੀ ਜ਼ਰੂਰਤ ਨਹੀਂ ਹੈ। ਕਿਉਂਕਿ ਤੁਸੀਂ ਤਾਂ ਸਿਰਫ ਐਸੇ ਐਗਜ਼ਾਮ ਦੇ ਲਈ ਤਿਆਰੀ ਕਰ ਰਹੇ ਹੋ ਨਾ, ਭਵਿੱਖ ਦੇ ਲਈ ਬਚਾ ਕੇ ਰੱਖਣ ਦੀ ਤੁਹਾਨੂੰ ਜ਼ਰੂਰਤ ਨਹੀਂ ਹੈ। ਪਹਿਲੇ ਕਾਮਯਾਬ ਹੋ ਜਾਓ, ਉਸ ਤੋਂ ਬਾਅਦ ਇਸ ਨੂੰ ਸ਼ਿੰਗਾਰ ਲੈਣਾ ਚਾਹੀਏ। ਸੋ ਐਗਜ਼ਾਮ ਫਾਈਟ ਦੀਆਂ ਗੱਲਾਂ ਨੇ ਇਹ। ਆਪਾਂ ਵਾਪਸ ਛੰਦ ਵਿਧਾਨ ਦੇ ਅੰਦਰ ਆਉਂਦੇ ਹਾਂ। ਟੱਕਰ ਨੂੰ ਵਾਰ ਦੀ ਆਤਮਾ ਤੇ ਪੌੜੀ ਨੂੰ ਵਾਰ ਦਾ ਸਰੀਰ ਮੰਨਿਆ ਜਾਂਦਾ ਹੈ। ਇਹ ਵੀ ਬਿਲਕੁਲ ਨੋਟ ਕਰ ਲੈਣਾ ਇੰਪੋਰਟੈਂਟ ਹੈ। ਯਾਨੀ ਵਾਰ ਪੌੜੀ ਛੰਦ ਵਿੱਚ ਰਚੀ ਜਾਂਦੀ ਹੈ, ਨੋਟ ਕਰ ਲੈਣਾ। ਟੱਕਰ ਨੂੰ ਕੀ ਕਿਹਾ ਜਾਂਦਾ ਹੈ? ਵਾਰ ਦੀ ਆਤਮਾ। ਟੱਕਰ ਨੂੰ ਯਾਨੀ ਜਿਹੜੀ ਭੇਡ ਦਿਖਾਈ ਜਾਂਦੀ ਹੈ ਨਾ ਵਾਰ ਦੇ ਅੰਦਰ, ਉਹਨੂੰ ਵਾਰ ਦੀ ਆਤਮਾ ਕਿਹਾ ਜਾਂਦਾ ਹੈ। ਅਤੇ ਪੌੜੀ ਨੂੰ ਕੀ ਕਿਹਾ ਜਾਂਦਾ ਹੈ? ਵਾਰ ਦਾ ਸਰੀਰ ਮੰਨਿਆ ਜਾਂਦਾ। ਪੌੜੀਆਂ ਹੁੰਦੀਆਂ ਨੇ ਜਿਹੜੀਆਂ, ਉਹ ਵਾਰ ਦਾ ਸਰੀਰ ਮੰਨੀਆਂ ਜਾਂਦੀਆਂ ਨੇ। ਇਹਨਾਂ ਵਿੱਚ ਪਰੰਪਰਾਗਤ ਸੰਬੰਧ ਹੈ। ਜੰਗਾਂ ਯੁੱਧਾਂ ਨਾਲ ਸੰਬੰਧਿਤ ਕੋਈ ਵੀ ਕਾਵੀ ਰਚਨਾ ਉਦੋਂ ਤੱਕ ਵਾਰ ਨਹੀਂ ਅਖਵਾ ਸਕਦੀ ਜਦੋਂ ਤੱਕ ਉਹ ਪੌੜੀ ਛੰਦ ਵਿੱਚ ਨਾ ਲਿਖੀ ਗਈ ਹੋਵੇ। ਯਾਨੀ ਇਹ ਦੋ ਗੱਲਾਂ ਨੋਟ ਕਰ ਲੈਣਾ। ਇੱਕ ਤਾਂ ਇਹ ਕਿ ਪੌੜੀ ਹੈ ਜੇ ਛੰਦ ਦੇ ਅੰਦਰ ਵਾਰ ਰਚੀ ਜਾਂਦੀ ਹੈ। ਦੂਜੀ ਇਹ ਕਿ ਜਿਹੜੀ ਵਾਰ ਦੇ ਅੰਦਰ ਟੱਕਰ ਹੁੰਦੀ ਹੈ ਉਹ ਵਾਰ ਦੀ ਆਤਮਾ ਹੁੰਦੀ ਹੈ, ਅਤੇ ਜਿਹੜੀ ਪੌੜੀ ਹੁੰਦੀ ਹੈ ਉਸ ਨੂੰ ਵਾਰ ਦਾ ਸਰੀਰ ਮੰਨਿਆ ਜਾਂਦਾ ਹੈ। ਨਾਦਰ ਸ਼ਾਹ ਦੀ ਵਾਰ ਨੂੰ ਵੀ ਨਾਦਰ ਸ਼ਾਹ ਦੀ ਪੌੜੀ ਕਰਕੇ ਲਿਖਿਆ ਜਾਂਦਾ ਹੈ। ਇਸ ਤਰ੍ਹਾਂ ਪੌੜੀ ਵਾਰ ਦਾ ਨਿਖੜਵਾਂ ਅੰਗ ਹੈ। ਪੌੜੀ ਲਿਖਣ ਲਈ ਅੱਗੇ ਦੋ ਛੰਦ ਵਿਧੀਆਂ ਦੀ ਵਰਤੋਂ ਕੀਤੀ ਗਈ ਹੈ। ਯਾਨੀ ਪੌੜੀਆਂ ਨੇ ਜਿਹੜੀਆਂ ਉਹ ਕਿਹੜੀਆਂ ਛੰਦਾਂ ਦੇ ਅੰਦਰ ਆ ਜਾਂਦੀਆਂ? ਇੱਕ ਸਿਰਖੰਡੀ ਅਤੇ ਇੱਕ ਨਿਸ਼ਾਨੀ। ਇਹ ਬਹੁਤ ਵਾਰ ਐਗਜ਼ਾਮ ਦੇ ਅੰਦਰ ਪੁੱਛਿਆ ਗਿਆ ਹੈ, ਵਾਰ ਰਚਨਾ ਕਿਹੜੇ ਛੰਦਾਂ ਵਿੱਚ ਹੁੰਦੀ ਹੈ ਨਾ। ਅਤੇ ਛੰਦ ਦੇ ਵੀ ਅੱਗੇ ਜਿਹੜੇ ਉਹਨਾਂ ਨੇ ਦੱਸੇ ਨਾ, ਪੌੜੀ ਛੰਦ ਦੇ ਅੰਦਰ ਹੁੰਦੀ ਹੈ। ਫਿਰ ਉਹਨਾਂ ਨੇ ਅੱਗੇ ਜਿਹੜੇ ਛੰਦ ਵਿਧੀਆਂ ਦੱਸੀਆਂ, ਇੱਕ ਤਾਂ ਦੱਸੀ ਹੈ ਉਹਨਾਂ ਨੇ ਸਿਰਖੰਡੀ ਅਤੇ ਦੂਜੀ ਦੱਸੀ ਹੈ ਨਿਸ਼ਾਨੀ। ਇਹਨਾਂ ਨੂੰ ਵੀ ਨੋਟ ਕਰ ਲੈਣਾ। ਹੁਣ ਆਪਾਂ ਇਸ ਨੂੰ ਪੜ੍ਹ ਜ਼ਰੂਰ ਲੈਂਦੇ ਹਾਂ। ਸਿਰਕੰਡੀ ਵਿੱਚ ਤੁਕਾਂਤ ਦੀ ਜਿਹੜੀ ਮੱਧ ਵਿੱਚ ਅਤੇ ਨਿਸ਼ਾਨੀ ਅੰਤ ਵਿੱਚ ਆਉਂਦੀ ਹੈ। ਦੇਖੋ ਇਹ ਛੰਦ ਦੇ ਅੰਦਰ ਪੜ੍ਹਾਵਾਂਗੇ, ਇੱਥੇ ਤੁਹਾਨੂੰ ਰੱਟਾ ਲਗਾਉਣ ਦੀ ਜ਼ਰੂਰਤ ਨਹੀਂ, ਸਿਰਫ ਇੰਨਾ ਹੀ ਨੋਟ ਕਰੋ ਕਿ ਵਾਰ ਜਿਹੜਾ ਹੈ ਉਹ ਪੌੜੀ ਦੇ ਅੰਦਰ, ਅਤੇ ਟੱਕਰ ਨੂੰ ਵਾਰ ਦੀ ਆਤਮਾ ਅਤੇ ਪੌੜੀ ਨੂੰ ਵਾਰ ਦਾ ਸਰੀਰ ਮੰਨਿਆ ਜਾਂਦਾ ਹੈ। ਪੌੜੀ ਅੰਦਰ ਵਾਰ ਲਿਖੀ ਜਾਂਦੀ ਹੈ, ਪਰ ਅੱਗੇ ਇਸ ਨੂੰ ਦੋ ਹਿੱਸਿਆਂ 'ਚ ਜਿਹੜਾ ਵੰਡਿਆ ਜਾਂਦਾ ਉਹ ਸਿਰਖੰਡੀ ਅਤੇ ਨਿਸ਼ਾਨੀ ਦੇ ਅੰਦਰ ਹੈ ਨਾ।
ਇੱਥੋਂ ਤੱਕ ਨੋਟ ਕਰ ਲੈਣਾ, ਬਾਕੀ ਇਹ ਗੱਲਾਂ ਛੰਦ ਦੇ ਅੰਦਰ ਆ ਜਾਂਦੀਆਂ। ਪੌੜੀਆਂ ਦੀਆਂ ਤੁਕਾਂ ਦੀ ਗਿਣਤੀ 4 ਤੋਂ 17 ਤੱਕ ਹੁੰਦੀ ਹੈ। ਤੁਕਾਂ ਵਿਚਕਾਰ ਮਾਤਰਾਵਾਂ ਦਾ ਗਿਣਤੀ ਅਨੁਸਾਰ ਨਹੀਂ ਮਿਲਦੀ। ਪ੍ਰਭਾਵ ਦੀ ਤੀਬਰਤਾ ਵਧਾਉਣ ਲਈ ਕਈ ਪੌੜੀਆਂ ਦੀ ਅੰਤਲੀ ਤੁਕ ਨਿੱਕੀ ਰੱਖੀ ਜਾਂਦੀ ਹੈ। ਸਿਰਖੰਡੀ ਛੰਦਾਂ ਵੱਧ ਤੁਕਾਂਤ ਯੁੱਧ ਦੀ ਤੇਜ਼ੀ ਪ੍ਰਗਟਾਉਣ ਲਈ ਬੜਾ ਢੁਕਵਾਂ ਹੈ। ਇਸ ਨਾਲ ਵਾਰ ਵਿੱਚ ਤੀਬਰਤਾ ਆਉਂਦੀ ਹੈ ਅਤੇ ਯੁੱਧ ਵਾਤਾਵਰਨ ਇੱਕਦਮ ਉਛਲਦਾ ਹੈ। ਇਹ ਗੱਲ ਉਸ ਵਾਰ ਦੇ ਬਾਰੇ ਹੈ ਜਿਹੜੀ ਇਹ ਛੰਦਾਂ ਦੇ ਅੰਦਰ ਲਿਖੀ ਗਈ ਹੈ ਅਤੇ ਛੰਦਾਂ ਦੀ ਬਿਆਨਗੀ ਹੈ। ਇੱਥੇ ਦੋ ਨਮੂਨੇ ਦੇ ਦਿੱਤੇ ਗਏ ਨੇ। ਆਹ ਸਿਰਖੰਡੀ ਛੰਦ ਦਾ ਹੈ ਅਤੇ ਆਹ ਨਿਸ਼ਾਨੀ ਛੰਦ ਦਾ ਹੈ। ਇਹ ਤੁਹਾਨੂੰ ਐਗਜ਼ਾਮਪਲ ਦੇ ਲਈ, ਸਿੱਖਣ ਦੇ ਲਈ ਦਿੱਤੇ ਗਏ ਨੇ। ਇੰਪੋਰਟੈਂਟ ਜੋ ਗੱਲ ਸੀ ਮੈਂ ਤੁਹਾਨੂੰ ਇਸ ਦੇ ਅੰਦਰ ਦੱਸ ਚੁੱਕਿਆ ਹਾਂ। ਫਿਰ ਇਸ ਤੋਂ ਬਾਅਦ 'ਚ ਆਪਣੇ ਕੋਲ ਜਿਹੜਾ ਚੌਥਾ ਆ ਜਾਂਦਾ ਹੈ ਉਹ ਬੜਾ ਹੀ ਇੰਪੋਰਟੈਂਟ ਹੈ। ਉਹ ਆ ਜਾਂਦਾ ਹੈ ਰਸ ਤੇ ਅਲੰਕਾਰ। ਦੇਖੋ, ਰਸ ਤੋਂ ਬਿਨਾਂ ਕੋਈ ਵੀ ਸਾਹਿਤ ਵਿਧਾ ਹੈ ਉਹ ਅਧੂਰੀ ਹੈ। ਤਾਂ ਇਸ ਦੇ ਰਸ ਕੀ ਹੈ ਆਪ ਸਭ ਨੂੰ ਪਤਾ ਹੋਏਗਾ। ਇਸ ਦਾ ਜਿਹੜਾ ਰਸ ਹੈ ਉਹ ਵੀਰ ਰਸ ਹੋਏਗਾ। ਵੀਰ ਮਤਲਬ ਉਤਸ਼ਾਹ। ਉਤਸ਼ਾਹ ਤੋਂ ਬਿਨਾਂ ਕੋਈ ਵੀ ਯੁੱਧ ਜਾਂ ਫਿਰ ਹਮਲਾ ਨਹੀਂ ਹੋ ਸਕਦਾ। ਤਾਂ ਇਹਦਾ ਰਸ ਜਿਹੜਾ ਰਹਿੰਦਾ ਹੈ ਉਹ ਵੀਰ ਰਸ ਰਹਿੰਦਾ ਹੈ। ਵੀਰ ਨੂੰ ਤੁਸੀਂ ਉਤਸ਼ਾਹ ਦੇ ਅੰਦਰ ਵੀ ਸਮਝ ਸਕਦੇ ਹੋ। ਵੈਸੇ ਇਸ ਦੇ ਅੰਦਰ ਜਿਹੜੀਆਂ ਦੂਜੀਆਂ ਅਧਿਆਤਮਿਕ ਵਾਰਾਂ ਹੁੰਦੀਆਂ ਨੇ ਉਹਦੇ ਅੰਦਰ ਸ਼ਾਂਤ ਰਸ ਵੀ ਹੁੰਦਾ ਹੈ। ਜਿਵੇਂ ਇੱਥੇ ਦੱਸੇ ਗਏ ਅਧਿਆਤਮਿਕ ਵਾਰਾਂ ਸ਼ਾਂਤ ਰਸ ਪ੍ਰਧਾਨ ਹੁੰਦੀਆਂ ਨੇ। ਆਪਾਂ ਪਿੱਛੇ ਪੜ੍ਹ ਕੇ ਆਏ ਹਾਂ, ਸੂਖਮ ਤੇ ਸਥੂਲ ਜਿਹੜਾ ਪੜ੍ਹ ਕੇ ਆਏ ਹਾਂ ਉਸੇ ਦੇ ਅਕੋਰਡਿੰਗ ਹੀ। ਸ਼ਾਂਤ ਰਸ ਦੇ ਨਾਲ ਨਾਲ ਸ਼ਿੰਗਾਰ ਰਸ ਤੇ ਹਾਸ ਰਸ ਦੇ ਨਮੂਨੇ ਵੀ ਮਿਲਦੇ ਹੈ। ਦੇਖੋ, ਇਹ ਨਮੂਨੇ ਮਿਲ ਜਾਂਦੇ ਨੇ ਪਰ ਜਿਹੜੀ ਵਾਰ ਦਾ ਪ੍ਰਧਾਨ ਰਸ ਹੈ ਜਿਹੜਾ ਉਹ ਵੀਰ ਰਸ ਹੈ। ਅਧਿਆਤਮਿਕ ਵਾਰਾਂ ਦਾ ਜਿਹੜਾ ਰਸ ਰਹਿ ਜਾਂਦਾ ਉਹ ਸ਼ਾਂਤ ਰਸ ਰਹਿ ਜਾਂਦਾ ਹੈ। ਠੀਕ ਹੈ, ਇਸ ਤੋਂ ਇਲਾਵਾ ਵੀ ਰਸ ਮਿਲ ਸਕਦੇ ਨੇ, ਕੋਈ ਵੱਡੀ ਗੱਲ ਨਹੀਂ ਹੈ। ਪਰ ਇੰਪੋਰਟੈਂਟ ਇਹੀ ਗੱਲ ਹੈ ਕਿ ਜਿਹੜੀ ਰਸ ਜਿਹੜਾ ਹੁੰਦਾ ਹੈ ਉਹ ਹਮੇਸ਼ਾ ਹੀ ਵੀਰ ਰਸ ਹੁੰਦਾ ਹੈ ਵਾਰ ਦੀ ਜਦੋਂ ਗੱਲ ਕਰਦੇ ਹਾਂ। ਅਤੇ ਅਧਿਆਤਮਿਕ ਵਾਰਾਂ ਨੇ ਜਿਹੜੀਆਂ ਉਹਨਾਂ ਦਾ ਰਸ ਸ਼ਾਂਤ ਰਸ ਹੁੰਦਾ ਹੈ। ਹੁਣ ਅਲੰਕਾਰਾਂ ਦੀ ਇੱਥੇ ਗੱਲ ਆਈ ਹੈ। ਵਾਰ ਵਿੱਚ ਅਲੰਕਾਰਾਂ ਦੀ ਵਰਤੋਂ ਜ਼ਿਆਦਾ ਗੁੰਜਾਇਸ਼ ਨਹੀਂ ਹੁੰਦੀ, ਪਰ ਸਮੁੱਚੇ ਵਾਰਕਾਰ ਦਾ ਯੁੱਧ ਵਾਤਾਵਰਨ ਉਸਾਰਨ ਲਈ ਅਲੰਕਾਰਾਂ ਦੀ ਵਰਤੋਂ ਕਰ ਲੈਂਦੇ ਨੇ। ਯੋਧਿਆਂ ਦੀ ਬਹਾਦਰੀ ਅਤੇ ਕਾਰਨਾਮਿਆਂ ਨੂੰ ਅਤਿ ਕਥਨੀ ਅਲੰਕਾਰ ਰਾਹੀਂ ਸਜਾਇਆ ਜਾਂਦਾ ਹੈ। ਚੰਡੀ ਦੀ ਵਾਰ ਦਾ ਅਲੰਕਾਰ ਇੱਕ ਨਮੂਨਾ, ਯਾਨੀ ਅਲੰਕਾਰ ਦੇਖੋ ਕਿਸੇ ਵੀ ਕਵਿਤਾ ਨੂੰ ਸ਼ਿੰਗਾਰਨ ਦਾ ਕੰਮ ਕਰਦੇ ਨੇ। ਅਤੇ ਚੰਡੀ ਦੀ ਵਾਰ ਦੇ ਅੰਦਰ ਜਿਹੜਾ ਅਤਿ ਕਥਨੀ ਅਲੰਕਾਰ ਵਰਤਿਆ ਗਿਆ ਹੈ, ਇਹ ਅਲੰਕਾਰਾਂ ਦੇ ਅੰਦਰ ਆਪ ਨੂੰ ਦੱਸਾਂਗੇ ਕਿ ਅਤਿ ਕਥਨੀ ਅਲੰਕਾਰ ਅਸਲ ਦੇ ਅੰਦਰ ਹੁੰਦਾ ਕੀ ਹੈ। ਤਾਂ ਕੁੱਲ ਮਿਲਾ ਕੇ ਇਸ ਪੁਆਇੰਟ ਦੇ ਅੰਦਰ ਆਪਣੇ ਲਈ ਇੰਪੋਰਟੈਂਟ ਇਹ ਹੈ ਕਿ ਰਸ ਹੈ ਜਿਹੜੀ ਵਾਰ ਵਿਧਾ ਹੈ ਉਸ ਦੇ ਅੰਦਰ ਜਿਹੜਾ ਰਸ ਹੈ ਉਹ ਵੀਰ ਰਸ ਪ੍ਰਧਾਨ ਹੁੰਦਾ ਹੈ। ਪਰ ਇਹ ਅਧਿਆਤਮਿਕ ਵਾਰਾਂ ਦਾ ਜਿਹੜਾ ਰਸ ਹੈ ਉਹ ਕਿਹੜਾ ਹੁੰਦਾ ਹੈ, ਉਹ ਹਮੇਸ਼ਾ ਹੀ ਸ਼ਾਂਤ ਰਸ ਹੁੰਦਾ। ਇਹ ਨੋਟ ਕਰ ਲੈਣਾ। ਇਸ ਪੂਰੇ ਟੌਪਿਕ ਦੇ ਅੰਦਰ ਇਹੀ ਗੱਲ ਆਪਣੀ ਇੰਪੋਰਟੈਂਟ ਹੈ। ਸੋ ਜਦੋਂ ਇਸ ਤਰੀਕੇ ਨਾਲ ਤੁਸੀਂ ਸਿਲੇਬਸ ਨੂੰ ਕਵਰ ਕਰਦੇ ਹੋ ਤਾਂ ਉਸ ਤੋਂ ਬਾਅਦ 'ਚ ਰਿਵੀਜ਼ਨ ਹੀ ਕਰੋ। ਰਿਵੀਜ਼ਨ ਹੀ ਕਾਫੀ ਹੈ। ਇਸ ਬੁੱਕ ਦੇ ਅੰਦਰ ਇਸ ਤੋਂ ਜ਼ਿਆਦਾ ਹੋਰ ਕੁਛ ਨਹੀਂ ਨਿਕਲ ਸਕਦਾ। एग्ज़ाम ਦੇ ਅੰਦਰ ਇਸ ਟੌਪਿਕ ਦੇ ਅੰਦਰੋਂ ਅਗਰ ਪ੍ਰਸ਼ਨ ਆਏਗਾ ਤਾਂ ਇਸ ਤੋਂ ਬਾਹਰ ਬਿਲਕੁਲ ਨਹੀਂ ਆਏਗਾ। ਬੇਫਿਕਰ ਹੋ ਜਾਓ। ਹੁਣ ਆ ਗਿਆ ਇਤਿਹਾਸਿਕਤਾ। ਵਾਰ ਵਿੱਚ ਪੇਸ਼ ਘਟਨਾ ਦਾ ਸੰਬੰਧ ਇਤਿਹਾਸ ਜਾਂ ਮਿਥਿਹਾਸ ਵਿਚਲੀ ਕਿਸੇ ਘਟਨਾ ਨਾਲ ਹੁੰਦਾ ਹੈ। ਇਸ ਲਈ ਉਸ ਘਟਨਾ ਦੇ ਇਤਿਹਾਸਿਕ ਸੱਚ ਦੇ ਆਧਾਰ 'ਤੇ ਉਸ ਦੀ ਪੁਨਰ ਸਿਰਜਣਾ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਵਾਰ ਨੂੰ ਅਮਲ ਕਰਨ ਯੋਗ ਬਣਾਇਆ ਜਾ ਸਕੇ। ਇਸ ਵਿੱਚ ਇਤਿਹਾਸ ਦੇ ਅਨੁਸਾਰ ਹੀ ਕਲਪਨਾ ਵਰਤੀ ਜਾਣੀ ਚਾਹੀਦੀ ਹੈ ਜਿੱਥੋਂ ਤੱਕ ਇਤਿਹਾਸਿਕ ਸੱਚ ਧੁੰਦਲਾ ਨਾ ਪਵੇ। ਦੇਖੋ, ਇਹ ਪੁਆਇੰਟ ਇਤਿਹਾਸਿਕਤਾ ਹੈ ਜਿਹੜਾ ਵਾਰ ਦਾ ਇੱਕ ਤੱਤ ਹੈ। ਇਹ ਗੱਲ ਨੋਟ ਕਰਨ ਵਾਲੀ ਹੈ। ਇਸ ਤੋਂ ਇਲਾਵਾ ਇਸ ਦੇ ਅੰਦਰ ਹੋਰ ਕੋਈ ਵੀ ਗੱਲ ਨਹੀਂ ਹੈ ਕਿਉਂਕਿ ਇਤਿਹਾਸ ਜਾਂ ਮਿਥਿਹਾਸ ਦੇ ਅੰਦਰੋਂ ਕੋਈ ਵੀ ਘਟਨਾ ਲਈ ਜਾਂਦੀ ਹੈ। ਇਤਿਹਾਸ ਜੋ ਪਹਿਲੇ ਬੀਤ ਚੁੱਕਿਆ ਹੈ, ਮਿਥਿਹਾਸ ਜਿਹੜਾ ਕਿ ਇੱਕ ਹੁੰਦੀ ਤਾਂ ਕਲਪਨਾ ਹੈ ਪਰ ਉਸ ਕਲਪਨਾ ਨੂੰ ਵੀ ਇੱਕ ਮੂਰਤ ਰੂਪ ਦੇ ਅੰਦਰ ਪੇਸ਼ ਕਰ ਦਿੱਤਾ ਜਾਂਦਾ ਹੈ। ਤਾਂ ਇਸ ਪ੍ਰਕਾਰ ਦੀ ਜਿਹੜੀ ਘਟਨਾ ਹੁੰਦੀ ਹੈ ਉਹਨੂੰ ਵਾਰਾਂ ਦੇ ਅੰਦਰ ਇਹ ਮਿਲਦਾ ਆਪਾਂ ਨੂੰ, ਤਾਂ ਉਹ ਵੀ ਇਸ ਦੇ ਅੰਦਰ ਸ਼ਾਮਿਲ ਕੀਤਾ ਜਾਂਦਾ ਹੈ। ਸੋ ਇਸ ਦੇ ਅੰਦਰ ਇਹ ਇੰਪੋਰਟੈਂਟ ਹੈ ਕਿ ਇਤਿਹਾਸਿਕਤਾ ਹੈ ਜਿਹੜੀ ਉਹ ਵਾਰ ਦਾ ਇੱਕ ਅਨਿੱਖੜਵਾਂ ਜਾਂ ਫਿਰ ਜ਼ਰੂਰੀ ਆਪਾਂ ਤੱਤ ਵੀ ਕਹਿ ਦਿੰਦੇ ਹਾਂ।
ਭਾਸ਼ਾ ਵੀ ਇੰਪੋਰਟੈਂਟ ਹੈ। ਦੇਖੋ ਕਿਸੇ ਵੀ ਵਾਰ ਦੀ ਜਿਹੜੀ ਭਾਸ਼ਾ ਹੈ ਉਹ ਇੰਪੋਰਟੈਂਟ ਹੁੰਦੀ ਹੈ। ਉਹਦੇ ਅੰਦਰ ਮੁਹਾਵਰੇ, ਤੁਕਾਂ, ਅਖਾਣਾਂ ਵਰਤੀਆਂ ਜਾਂਦੀਆਂ ਨੇ, ਤੁਕਬੰਦੀਆਂ ਹੁੰਦੀਆਂ ਨੇ, ਕਾਵੀ ਟੋਟੇ ਵਰਤੇ ਜਾਂਦੇ ਨੇ। ਭਾਸ਼ਾ ਦੇ ਆਧਾਰ 'ਤੇ ਹੀ ਨਿਰਭਰ ਕਰਦੇ ਨੇ ਉਸ ਦੀ ਭਾਸ਼ਾ ਕਿੱਦਾਂ ਦੀ ਹੈ, ਜਿਸ ਦੇ ਕਾਰਨ ਉਸ ਨੂੰ ਪ੍ਰਸਿੱਧੀ ਮਿਲੀ ਹੈ। ਇਹ ਭਾਸ਼ਾ ਵੀ ਇੱਕ ਤੱਤ ਦੇ ਤੌਰ 'ਤੇ ਹੀ ਹੈ। ਇਸ ਤੋਂ ਇਲਾਵਾ ਇਸ ਦੇ ਅੰਦਰ ਨਾ ਤਾਂ ਕਿਸੇ ਵਿਦਵਾਨ ਦਾ ਵੇਰਵਾ ਹੈ ਅਤੇ ਨਾ ਹੀ ਕੋਈ ਖਾਸ ਚਰਚਾ ਹੈ। ਯਾਨੀ ਜਦੋਂ ਸਿੱਧਾ ਸਿੱਧਾ ਪ੍ਰਸ਼ਨ ਪੁੱਛਿਆ ਜਾਏਗਾ ਕਿ ਹੇਠ ਲਿਖਿਆ ਵਿੱਚੋਂ ਵਾਰ ਦਾ ਤੱਤ ਨਹੀਂ ਹੈ, ਫਿਰ ਉੱਥੇ ਕੋਈ ਭਾਸ਼ਾ ਲਿਖ ਦੇਗਾ, ਉੱਥੇ ਤੁਹਾਨੂੰ ਇਤਿਹਾਸ ਲਿਖ ਦੇਗਾ, ਤਾਂ ਇਹ ਦੋਨੋਂ ਤਾਂ ਤੱਤ ਹੈ। ਰਸ ਲਿਖ ਦੇਗਾ, ਇਹ ਵੀ ਤੱਤ ਹੈ। ਤਾਂ ਇਹ ਚੀਜ਼ਾਂ ਨਹੀਂ। ਫਿਰ ਇਸ ਤੋਂ ਬਾਅਦ 'ਚ ਆਪਣੇ ਕੋਲੇ ਵਰਗੀਕਰਨ ਆ ਜਾਂਦਾ। ਇਹ ਇੰਪੋਰਟੈਂਟ ਹੈ, ਯਾਨੀ ਵੰਡਿਆ ਕਿਹੜੇ ਕਿਹੜੇ ਹਿੱਸਿਆਂ ਦੇ ਅੰਦਰ ਗਏ। ਆਪਾਂ ਹੁਣ ਇਸ ਨੂੰ ਦੇਖ ਲੈਂਦੇ ਹਾਂ। ਵਰਗੀਕਰਨ ਦੀ ਜਦੋਂ ਗੱਲ ਆਉਂਦੀ ਹੈ, ਵਾਰ ਦੀ ਸ਼ੁਰੂਆਤ ਨਾਇਕ ਅਰਥਾਤ ਯੋਧੇ ਦੇ ਰੂਪ ਵਿੱਚ ਵਿਖਾਈ ਬਹਾਦਰੀ ਦੀ ਉਸਤਤ ਕਰਨ 'ਤੇ ਹੋਈ। ਇਸ ਕਾਰਨ ਵਾਰ ਦਾ ਆਰੰਭ ਜੰਗਾ ਯੋਧਾ ਵੀਰ ਰਸ ਨਾਲ ਜੁੜੀ ਹੋਈ ਹੈ। ਪਰ ਨਾਨਕ ਕਾਲ ਵਿੱਚ ਦੇਖੋ, ਹੁਣ ਇੱਥੇ ਦੱਸਿਆ ਗਿਆ ਕਿ ਨਾਨਕ ਕਾਲ ਵਿੱਚ ਗੁਰੂ ਨਾਨਕ ਦੇਵ ਜੀ ਨੇ ਵਾਰ ਸਾਹਿਤ ਵਿੱਚ ਨਵੀਂ ਅਧਿਆਤਮਿਕ ਵਾਰ ਦੀ ਪਰੰਪਰਾ ਦੀ ਸ਼ੁਰੂਆਤ ਕੀਤੀ। ਦੇਖੋ ਵਾਰ ਜਿਹੜੀ ਆਪਾਂ ਸ਼ੁਰੂ 'ਚ ਵੀ ਪੜ੍ਹ ਕੇ ਆਏ ਹਾਂ ਨਾ ਤੱਤਾਂ ਦੇ ਅੰਦਰ, ਇੱਕ ਤਾਂ ਵਾਰ ਸੀ ਅਧਿਆਤਮਿਕ ਵਾਰ, ਅਤੇ ਇੱਕ ਵਾਰ ਸੀ ਜੋ ਮੈਦਾਨ ਦੇ ਅੰਦਰ ਜੰਗ ਦੇ ਅੰਦਰ ਲੜੀ ਗਈ। ਤਾਂ ਇਹ ਦੋ ਵੰਡ ਨੇ। ਇਹਦੀ ਸ਼ੁਰੂਆਤ ਅਧਿਆਤਮਿਕ ਵਾਰ ਦੀ ਜਿਹੜੀ ਸ਼ੁਰੂਆਤ ਆ ਉਹ ਕਿੱਥੋਂ ਹੋਈ? ਗੁਰੂ ਨਾਨਕ ਦੇਵ ਜੀ ਤੋਂ। ਇਹਨੂੰ ਨੋਟ ਕਰ ਲੈਣਾ। ਹੁਣ ਇਹ ਕਿਹੜੀਆਂ ਕਿਹੜੀਆਂ ਦੋ ਵਰਗਾਂ 'ਚ, ਇੱਕ ਵੀਰ ਰਸੀ ਜਾਂ ਲੋਕ ਵਾਰਾਂ, ਅਤੇ ਦੂਜੀਆਂ ਆ ਜਾਂਦੀਆਂ ਅਧਿਆਤਮਿਕ। ਵੀਰ ਰਸੀ ਵੀਰ ਰਸ ਵਾਲੀਆਂ, ਲੋਕ ਵਾਰਾਂ ਯਾਨੀ ਲੋਕਾਂ ਦੀਆਂ ਜਿਹੜੀਆਂ ਵਾਰਾਂ ਨੇ ਉਹਨਾਂ ਦੇ ਅੰਦਰ ਆ ਜਾਂਦੇ। ਅਧਿਆਤਮਿਕ ਵਾਰਾਂ ਜਿਹੜੀਆਂ ਕਿਤੇ ਨਾ ਕਿਤੇ ਅਧਿਆਤਮ ਦੇ ਨਾਲ ਜੁੜੀਆਂ ਹੋਈਆਂ ਨੇ। ਵਾਰਾਂ ਦਾ ਸਭ ਤੋਂ ਪ੍ਰਮੁੱਖ ਅਤੇ ਪੁਰਾਤਨ ਰੂਪ ਵੀਰ ਰਸੀ ਵਾਰਾਂ ਦਾ ਹੈ। ਇਸ ਵਿੱਚ ਨਾਇਕ ਅਤੇ ਪ੍ਰਤੀਨਾਇਕ ਵਿਚਕਾਰ ਜੰਗ ਦਾ ਵਰਣਨ ਰਾਹੀਂ ਨਾਇਕ ਦੀ ਜਿੱਤ ਅਤੇ ਉਸ ਦੀ ਉਸਤਤ ਦਾ ਵਰਣਨ ਕੀਤਾ ਮਿਲਦਾ। ਯਾਨੀ ਇਹਦੇ ਅੰਦਰ ਇੰਪੋਰਟੈਂਟ ਇੰਨਾ ਹੀ ਹੈ ਕਿ ਵਾਰਾਂ ਨੇ ਜਿਹੜੀਆਂ ਉਹ ਦੋ ਨੇ, ਇੱਕ ਤਾਂ ਵੀਰ ਰਸੀ ਅਤੇ ਲੋਕ ਵਾਰਾਂ, ਜਾਂ ਫਿਰ ਉਹਨਾਂ ਨੂੰ ਆਪਾਂ ਲੋਕ ਵਾਰਾਂ ਦੇ ਅੰਦਰ ਲੈਂਦੇ ਹਾਂ, ਅਤੇ ਦੂਜਾ ਆ ਜਾਂਦਾ ਹੈ ਅਧਿਆਤਮਿਕ ਵਾਰਾਂ ਆ ਜਾਂਦੀਆਂ ਨੇ। ਫਿਰ ਇਸ ਤੋਂ ਬਾਅਦ ਜਿਹੜਾ ਆਪਣੇ ਕੋਲ ਇੰਪੋਰਟੈਂਟ ਇਸ ਦੇ ਅੰਦਰ ਆ ਜਾਂਦਾ, ਇਸ ਦੇ ਕੁਝ ਸਾਹਿਤਕ ਵੇਰਵੇ ਦਿੱਤੇ ਗਏ ਨੇ, ਉਹ ਨੋਟ ਕਰਨ ਵਾਲੇ ਨੇ, ਜਿਹੜੇ ਮੈਂ ਨੋਟ ਕਰਵਾ ਦਿੰਦਾ ਹਾਂ ਬਿਲਕੁਲ। ਇੱਕ ਤਾਂ ਇਹ ਨੋਟ ਕਰ ਲੈਣਾ ਵੀ ਆਦਿ ਕਾਲ ਵਿੱਚ ਰਚੀਆਂ 6 ਵਾਰਾਂ ਮਿਲਦੀਆਂ ਹੈ, ਅਤੇ ਮੱਧ ਕਾਲ ਵਿੱਚ ਰਚੀਆਂ ਆਪਾਂ ਨੂੰ 3 ਵਾਰਾਂ ਮਿਲਦੀਆਂ। ਇਹ ਨੋਟ ਕਰ ਲੈਣਾ ਬਿਲਕੁਲ। ਆਦਿ ਕਾਲ ਦੀਆਂ ਵਾਰਾਂ ਕਿੰਨੀਆਂ ਮਿਲਦੀਆਂ ਨੇ? 6, ਅਤੇ ਆਪਾਂ ਨੂੰ ਮੱਧ ਕਾਲ ਵਿੱਚ ਰਚੀਆਂ ਵਾਰਾਂ ਮਿਲਦੀਆਂ ਨੇ 3। ਤਾਂ ਕੁੱਲ ਮਿਲਾ ਕੇ ਵਾਰਾਂ ਕਿੰਨੀਆਂ ਮਿਲਦੀਆਂ ਹੈ? ਪੰਜਾਬੀ ਦੀਆਂ ਮੁੱਢਲੀਆਂ ਵਾਰਾਂ ਕਿੰਨੀਆਂ ਮਿਲਦੀਆਂ? 6 + 3 9 ਵਾਰਾਂ ਮਿਲਦੀਆਂ ਨੇ। ਇਹ ਮੁੱਢਲੀਆਂ ਵਾਰਾਂ ਨੇ, ਆਰੰਭਿਕ ਵਾਰਾਂ ਨੇ। ਹੁਣ ਇਸ ਤੋਂ ਬਾਅਦ 'ਚ ਆ ਗਿਆ ਕਿ ਗੁਰੂ ਸਾਹਿਬਾਨਾਂ ਦੁਆਰਾ ਰਚਿਤ ਅਧਿਆਤਮਿਕ ਵਾਰਾਂ ਦੀ ਰਚਨਾ ਕੀਤੀ ਗਈ। ਇਸ ਕਾਰਨ ਇਹਨਾਂ 9 ਲੋਕ ਵਾਰਾਂ ਦੀਆਂ ਧੁਨੀਆਂ ਵਾਲੀਆਂ ਵਾਰਾਂ ਵੀ ਕਿਹਾ ਜਾਂਦਾ ਹੈ। ਤਾਂ ਇਹਨਾਂ ਨੂੰ 9 ਲੋਕ ਵਾਰਾਂ ਦੀਆਂ ਧੁਨੀਆਂ ਉੱਪਰ ਗਾਏ ਜਾਣ ਦਾ ਇਹ ਸੰਦੇਸ਼ ਹੈ। ਲੋਕ ਵਾਰਾਂ ਇੱਥੇ ਨੋਟ ਕਰਨਾ। ਲੋਕ ਵਾਰਾਂ ਇਹ ਅੱਗੇ ਕਿਹੜੀਆਂ ਕਿਹੜੀਆਂ ਵਾਰਾਂ ਨੇ, ਇਹ ਕਿਸ ਵਾਰ ਦੀ ਧੁਨੀ 'ਤੇ ਕਿਹੜੀ ਵਾਰ ਗਾਈ ਜਾਂਦੀ ਹੈ, ਜ਼ਿਆਦਾ ਨੋਟ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ, ਕਿਉਂਕਿ ਤੁਹਾਡੇ ਸਿਲੇਬਸ ਦੇ ਅੰਦਰ ਸਿਰਫ ਵਾਰ ਵਿਧਾ ਦਿੱਤਾ ਹੈ, ਸਾਹਿਤ ਰੂਪ ਦਿੱਤਾ ਹੈ, ਵਾਰਾਂ ਨੂੰ ਪੜ੍ਹਨ ਦਾ ਬਿਲਕੁਲ ਨਹੀਂ ਕਿਹਾ। ਤਾਂ ਕੋਈ ਵੀ ਸਟੂਡੈਂਟ ਮੇਰੇ ਅਨੁਸਾਰ, ਮੇਰਾ ਇਹ ਮੰਨਣਾ ਹੈ, ਸਿਲੇਬਸ ਨੂੰ ਦੇਖ ਕੇ ਮੈਂ ਇਹ ਮੰਨ ਰਿਹਾ ਹਾਂ ਕਿ ਵਾਰਾਂ ਨੂੰ ਪੜ੍ਹਨ ਦੀ ਜ਼ਰੂਰਤ ਨਹੀਂ, ਵਾਰ ਦੇ ਬਾਰੇ ਪੜ੍ਹਨ ਦੀ ਜ਼ਰੂਰਤ ਹੈ ਜੋ ਆਪਾਂ ਪੜ੍ਹ ਚੁੱਕੇ ਹਾਂ। ਸਿਰਫ ਇੰਨੀ ਗੱਲ ਹੀ ਪੜ੍ਹਨੀ ਹੈ ਕਿ ਇਹਨਾਂ ਦੀਆਂ ਜਿਹੜੀਆਂ 9 ਲੋਕ ਵਾਰਾਂ ਦੀਆਂ ਧੁਨੀਆਂ ਵਾਲੀਆਂ ਵਾਰਾਂ ਵੀ ਇਹਨਾਂ ਨੂੰ ਕਿਹਾ ਜਾਂਦਾ ਹੈ। ਅੱਗੇ 9 ਕਿਹੜੀਆਂ ਕਿਹੜੀਆਂ ਹੈ, ਕਿਸ ਧੁਨੀ 'ਤੇ ਕਿਹੜੀ ਵਾਰ ਗਾਉਣੀ ਹੈ, ਇਹ ਇੰਨਾ ਅੱਗੇ ਜਾਣ ਦੀ ਜ਼ਰੂਰਤ ਨਹੀਂ ਹੈ, ਕਨਫਿਊਜ਼ ਨਹੀਂ ਹੋਣਾ। ਫਿਰ ਇਸ ਤੋਂ ਬਾਅਦ 'ਚ ਇਹਨਾਂ ਦਾ ਜਿਹੜੇ ਲੋਕ ਵਾਰਾਂ ਦੇ ਵਿਸ਼ੇ ਆਪ ਨੂੰ ਪਤਾ ਹੈ ਕਿ ਘਰੇਲੂ ਝਗੜੇ, ਜ਼ਮੀਨੀ ਵਿਵਾਦ, ਪਰਿਵਾਰ ਸੰਘਰਸ਼ ਇਹ ਹੁੰਦੇ ਨੇ। ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਵਾਰ ਹੈ, ਚੰਡੀ ਦੀ ਵਾਰ ਹੈ, ਉਹ ਵਾਰ ਦਾ ਸਭ ਤੋਂ ਇਹ ਨੋਟ ਕਰ ਲੈਣਾ, ਸਭ ਤੋਂ ਉੱਤਮ ਵਾਰ ਦਾ ਨਮੂਨਾ ਕਿਹੜਾ ਹੈ? ਚੰਡੀ ਦੀ ਵਾਰ। ਇਹ ਨੋਟ ਕਰਨ ਵਾਲੀ ਹੈ। ਨਜ਼ਾਬਤ ਦੀ ਵਾਰ ਜਾਂ ਨਾਦਰ ਸ਼ਾਹ ਦੀ ਵਾਰ ਵੀ ਇੱਕ ਮਿਲਦੀ ਹੈ। ਪੀਰ ਮੁਹੰਮਦ ਦੀ ਚੱਠਿਆਂ ਰਚਿਤ ਦੀ ਵਾਰ ਮਿਲਦੀ ਹੈ। ਬਸ ਇੰਨਾ ਹੀ ਕਾਫੀ, ਇਸ ਤੋਂ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ। ਫਿਰ ਆ ਗਿਆ ਆਦਿ ਕਾਲ ਅਤੇ ਮੱਧ ਕਾਲ ਦੀਆਂ 9 ਲੋਕ ਵਾਰਾਂ ਦੀ ਧੁਨੀ ਉੱਪਰ ਆਧਾਰਿਤ ਸ਼ਾਂਤ ਰਸ ਵਾਲੀਆਂ ਵਾਰਾਂ ਨੇ,
ਜਿਨ੍ਹਾਂ 'ਚ ਨੇਕੀ ਬਦੀ ਗੁਰਸਿੱਖ ਦਾ ਮਨਮੁਖ ਰੂਪੀ ਇਹ ਚੀਜ਼ਾਂ ਨੂੰ ਉਸ ਦੇ ਅੰਦਰ ਉਲੀਕਿਆ ਗਿਆ ਹੈ। ਪਰ ਇੰਪੋਰਟੈਂਟ ਇੱਥੇ ਸਿਰਫ ਇੰਨੀ ਹੀ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਰਚਿਤ ਜਿਹੜੀ ਆਸਾ ਦੀ ਵਾਰ ਹੈ, ਇਹ ਵਾਰ ਦੀ ਸਭ ਤੋਂ ਪਹਿਲੀ ਅਧਿਆਤਮਿਕ ਵਾਰ ਹੈ। ਸਭ ਤੋਂ ਪਹਿਲੀ ਅਧਿਆਤਮਿਕ ਵਾਰ ਕਿਹੜੀ ਹੈ? ਗੁਰੂ ਨਾਨਕ ਦੇਵ ਜੀ ਦੀ ਆਸਾ ਦੀ ਵਾਰ। ਇਹ ਨੋਟ ਕਰ ਲੈਣਾ, ਇਹ ਇਸ ਬੁੱਕ ਦੇ ਅੰਦਰ ਦਿੱਤੀ ਹੈ, ਇਸ ਲਈ ਇੰਪੋਰਟੈਂਟ ਹੈ। ਤੁਹਾਡੇ ਸਿਲੇਬਸ ਦੇ ਅੰਦਰ ਦਿੱਤੀ ਹੈ, ਇਸ ਲਈ ਇੰਪੋਰਟੈਂਟ ਹੈ। ਫਿਰ ਅੱਗੇ ਆ ਗਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਟੋਟਲ ਕਿੰਨੀਆਂ ਵਾਰਾਂ ਹੈ? 22 ਵਾਰਾਂ ਹੈ। ਇਹ ਵੀ ਨੋਟ ਕਰ ਲੈਣਾ। ਭਾਈ ਗੁਰਦਾਸ ਪਹਿਲਾ ਹੈ ਜਿਹੜੇ, ਉਹਦੀਆਂ ਕਿੰਨੀਆਂ ਵਾਰਾਂ ਨੇ? 39 ਨੇ। ਤੇ ਭਾਈ ਗੁਰਦਾਸ ਦੂਜੇ ਦੀਆਂ ਵਾਰਾਂ ਮਿਲਾ ਕੇ ਕੁੱਲ ਮਿਲਾ ਕੇ ਕਿੰਨੀਆਂ ਨੇ? ਲਗਭਗ ਸਾਰੀਆਂ ਵਾਰਾਂ ਦੀ ਗਿਣਤੀ ਜਦੋਂ ਕਰਦੇ ਹਾਂ ਤਾਂ 63 ਦੇ ਕਰੀਬ ਇਹ ਵਾਰਾਂ ਆਪਾਂ ਨੂੰ ਮਿਲਦੀਆਂ ਨੇ। ਬਸ ਇੰਨਾ ਹੀ ਇੰਪੋਰਟੈਂਟ ਹੈ। ਜੇਕਰ ਤੁਸੀਂ ਇਸ ਤਰੀਕੇ ਨਾਲ ਮੈਂ ਜੋ ਗੱਲਾਂ ਇਸ ਦੇ ਅੰਦਰ ਦੱਸੀਆਂ ਨੇ, ਇਸ ਨੂੰ ਤੁਸੀਂ ਵਧੀਆ ਤਰੀਕੇ ਨਾਲ ਯਾਦ ਕਰਦੇ ਹੋ ਤਾਂ ਮੈਨੂੰ ਲੱਗਦਾ ਹੈ ਕਿ ਤੁਹਾਡੇ ਰੀਟ ਮੇਨ ਐਗਜ਼ਾਮ 2023 ਦੇ ਅੰਦਰ ਜੋ ਪੰਜਾਬੀ ਦਾ ਸਿਲੇਬਸ ਸਾਹਿਤ ਰੂਪ ਪੁੱਛਿਆ ਗਿਆ ਉਹਦੇ ਅੰਦਰ ਵਾਰ ਪੁੱਛਿਆ ਜਾਂਦਾ ਹੈ ਤਾਂ ਇਸ ਤੋਂ ਬਾਹਰ ਬਿਲਕੁਲ ਨਹੀਂ ਆਏਗਾ। ਮੈਂ ਇਹਦੇ ਅੰਦਰ ਪਰਿਭਾਸ਼ਾ ਕਰਵਾਈਆਂ ਨੇ, ਬਿਲਕੁਲ ਨੋਟ ਕਰਵਾਇਆ ਆਪ ਨੂੰ। ਇਸ ਦੇ ਨਾਲ ਸ਼ਬਦ ਉਤਪਤੀ ਦੱਸੀ ਹੈ, ਇਸ ਦੇ ਤੱਤਾਂ ਦੇ ਬਾਰੇ ਦੱਸਿਆ, ਕਿਹੜੀਆਂ ਕਿਹੜੀਆਂ ਵਾਰਾਂ ਨੇ ਉਹ ਦੱਸਿਆ, ਇਹਦੇ ਆંકੜੇ ਦੱਸੇ ਨਹੀਂ। ਇਸ ਤੋਂ ਬਾਹਰ ਕੁਐਸਚਨ ਹੈ ਜਿਹੜਾ ਪ੍ਰਸ਼ਨ ਬਣਨ ਦੀ ਕੋਈ ਸੰਭਾਵਨਾ ਨਹੀਂ ਹੈ। ਅਗਰ ਫਿਰ ਵੀ ਪ੍ਰਸ਼ਨ ਆਉਂਦਾ ਹੈ ਤਾਂ ਇਹ ਮੰਨੋ ਉਹ ਸਭ ਲਈ ਆ ਰਿਹਾ ਹੈ। ਪਰ ਜ਼ਿਆਦਾਤਰ ਜਿਹੜਾ ਸਿਲੇਬਸ ਆਪਾਂ ਜਿਹੜਾ ਮੈਰਿਟ ਫਾਈਟ ਕਰਨਾ ਹੁੰਦਾ ਉਹ ਇਹਨਾਂ ਦੇ ਬੁੱਕਾਂ ਦੇ ਅੰਦਰੋਂ ਆਉਣਾ ਹੁੰਦਾ। ਸੋ ਜ਼ਿਆਦਾ ਡੀਪਲੀ ਜਾਣ ਦੀ ਜ਼ਰੂਰਤ ਨਹੀਂ, ਉਹਨਾਂ ਨੂੰ ਤਿਆਰ ਕਰੋ ਜੋ ਤੁਸੀਂ ਹਜੇ ਤੱਕ ਨਹੀਂ ਕਰ ਸਕੇ। ਸੋ ਇਸ ਤਰੀਕੇ ਨਾਲ ਜੇ ਪੜ੍ਹੋਗੇ ਤਾਂ ਮੈਨੂੰ ਲੱਗਦਾ ਹੈ ਕਿ ਬਹੁਤ ਜਲਦ ਆਪ ਕਾਮਯਾਬ ਹੋ ਜਾਓਗੇ। ਸੋ ਐਸੇ ਦੁਆਵਾਂ ਦੇ ਨਾਲ ਕਿ ਬਹੁਤ ਜਲਦ ਆਪ ਨੂੰ ਕਾਮਯਾਬੀ ਮਿਲੇ। ਅੱਜ ਦੀ ਕਲਾਸ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ। ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ, ਕਮੈਂਟ ਜ਼ਰੂਰ ਕਰਿਆ ਕਰੋ ਤਾਂ ਕਿ ਮੈਨੂੰ ਪਤਾ ਚੱਲੇ ਕਿ ਆਪ ਨੂੰ ਕਲਾਸ ਕਿੱਦਾਂ ਦੀ ਲੱਗੀ, ਕਿੰਨੀ ਕੁ ਲਾਹੇਵੰਦ ਹੈ। ਅਤੇ ਆਪਣੇ ਫਰੈਂਡਸ ਕੋਲ ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਕਿ ਹੋਰ ਵੀ ਬਹੁਤ ਸਾਰੇ ਸਾਥੀ ਇਸ ਚੈਨਲ 'ਤੇ ਆ ਸਕਣ ਅਤੇ ਆਪਣੀ ਤਿਆਰੀ ਕਰ ਸਕਣ। ਲਗਾਤਾਰ ਚੈਨਲ 'ਤੇ ਬਣੇ ਰਹਿਣਾ, ਮਿਹਨਤ ਜਾਰੀ ਰੱਖਣਾ। ਜਲਦ ਪਰਮਾਤਮਾ ਆਪ ਨੂੰ ਕਾਮਯਾਬੀ ਬਖਸ਼ੇ। ਇਹਨਾਂ ਅਰਦਾਸਾਂ ਅਤੇ ਦੁਆਵਾਂ ਦੇ ਨਾਲ ਮਿਲਦੇ ਹਾਂ ਅਗਲੀ ਕਲਾਸ ਦੇ ਅੰਦਰ। ਧੰਨਵਾਦ।